मैं यूनिवर्सिटी आना शुरू किया, PSU ललकार दे नाल मिल के गतिविधियां दे विच शामिल होने लगी। तो फिर मैनूं एहसास होया भी शायद नहीं वो जिंदगी नहीं जिहड़ी मैं चाहुंदी हाँ, तो फिर वो जिंदगी तो नाता तोड़ के फिर मैं इधरले पासे नूं रुख किया। मैं अखबार पढ़ना शुरू किया ललकार, सब तो पहला ਇਹਦੇ थ्रू ही जुड़ी हाँ मैं भी ये अखबार इन्ना बेबाक हो के नौजवान लिखते हैं तो इन्होंने नौजवानों विचों एक भी नौजवान तनख्वाह नहीं लैंदा, सारे दे सारे वलंटीयर ने, किन्ने लिखण तो लैके छपाई तो लैके वंडन का काम सारे मिल के वलंटीयर कर रहे हैं। तो एक उम्मीद जगाते हैं भी जे नौजवान लगे हुए हैं तो मैं सिर्फ उस खातर आपदी खातर नहीं चाह सकती। तो लोग कदे उन्हां लई काम करने वाले नूं भुक्खा नहीं मरन दिंदे। जे 23 साल का नौजवान फांसी चुम के हसदा होया चढ़ रहा वा फांसी ते वो कहंदा भी जे मैनू कहंदा वो दसदा है भी मैनू भी चाहुंदा, मैं भी रहना चाहुंदा, ख्वाहिश मेरे दिल च भी है भी मेरे बड़े अरमान ने मैं पूरे करने आ, पर वो मैं नहीं कर सकदा। पर वो कहंदा भी मेरे तो वड्डा इस वेले मकसद है भी जिन्ना लोगों ने मैनू उच्चा चकता शायद मैं जिउंदा रह के सारा कुछ नहीं कर सकदा। ते मैनू लगदा जो असीं कर रहे हो तो बहुत छोटा जिहा एक हिस्सा है। सिस्टम के खिलाफ, सरकार के खिलाफ आवाज़ चुकना भी आसान नहीं हैगा, खासकर एक कुड़ी दे लई। ते जो कुड़ियां नहीं ना अगे आउणगीਆਂ फिर वो अद्धी आबादी घरां दे विच बैठी ते सत्ता ने तो अपने आप जित जाना। क्योंकि नौजवान अज जिहड़ा कुराहे पै रहा वा उस नौजवान नूं सही दिशा ते लैके जाण दे लई उन्हां दे विच काम करना पैना, नौजवान जथेबंदियां बनाउणीਆਂ पैणीਆਂ, विद्यार्थियों च काम करना पैना, इसे तरह मजदूरां ते होर लोकां दे होर तबकिਆਂ दे विच काम करके उन्हां नूं इकट्ठे करना पैना। पाश भगत सिंह प्रेमचंद वर्गे ਜਿਹੜੇ ਵਧੀਆ ਲੋਕਾਂ ਦੇ ਲੇਖਕ ਰਹੇ ਨੇ, ਜਿਨ੍ਹਾਂ ਨੇ ਲੋਕਾਂ ਦੇ ਲਈ ਇੰਨਾ ਵਧੀਆ ਸਾਹਿਤ ਲਿਖਿਆ, ਅੱਜ ਉਹ ਸਾਡੇ ਤੱਕ ਨਹੀਂ ਪਹੁੰਚ ਰਿਹਾ। ਜੇ ਅਸੀਂ ਅੱਜ ਨਹੀਂ ਬੋਲਦੇ, ਜੇ ਆਪਣੀਆਂ ਲੜਾਈਆਂ ਨਹੀਂ ਲੜਦੇ ਤਾਂ ਇਹ ਫਾਸੀਵਾਦੀ ਫਿਰ ਆਪਣੇ ਮੁਕਾਮਾਂ ਤੇ ਪਹੁੰਚਣਗੇ। ਉੱਥੇ ਕੀ ਹੋਊਗਾ? ਉੱਥੇ ਤੁਹਾਡੇ ਮੇਰੇ ਵਰਗਿਆਂ ਲਈ ਕੋਈ ਥਾਂ ਨਹੀਂ ਹੋਊਗੀ। ਉੱਥੇ ਸ਼ਰੇਆਮ ਜਿਹੜਾ ਹੈ ਸਿਰਫ ਇੱਕ ਹਿੰਦੂ ਰਾਸ਼ਟਰ, ਆਪਾਂ ਕਹਾਂਗੇ ਇਕਲੌਤਾ ਹਿੰਦੂ ਰਾਸ਼ਟਰ ਹੈ ਕਿਉਂਕਿ ਦਲਿਤ ਕੁੜੀ ਸੀ ਜਿਹਦੇ ਨਾਲ ਬਲਾਤਕਾਰ ਹੋਇਆ, ਉਹ ਉੱਥੇ ਸਿਰਫ ਉਹਨਾਂ ਗਿਣੇ ਚੁਣੇ ਲੋਕਾਂ ਦੇ ਲਈ ਹੀ ਹੋਊਗਾ, ਸਾਰਾ ਕੁਝ ਅੰਬਾਨੀਆਂ ਅਡਾਨੀਆਂ ਲਈ ਹੀ ਹੋਊਗਾ। ਮੋਦੀ ਦੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਥੋੜਾ ਇੰਨਾ ਲੱਗਦਾ ਨਹੀਂ ਸੀ ਹੁੰਦਾ ਵੀ ਐਡੀ ਕੋਈ ਵੱਡੀ ਸਮੱਸਿਆ ਚੱਲ ਰਹੀ ਹੈ। ਚੱਲ ਉਦੋਂ ਵੀ ਰਹੀ ਸੀਗੀ, 84 ਉਹਨਾਂ ਵੇਲੇ ਹੀ ਹੋਇਆ ਸੀਗਾ, 2002 ਵੀ ਹੋਏ ਨੇ, ਬਥੇਰਾ ਕੁਝ ਹੋਇਆ ਇੱਥੇ ਆਪਣੇ ਕਿ 91 ਦੀਆਂ ਨੀਤੀਆਂ ਜਿਹੜੀਆਂ LPG ਦੀਆਂ ਉਹ ਮਨਮੋਹਨ ਸਿੰਘ ਹੀ ਲੈ ਕੇ ਆਇਆ ਸੀਗਾ, ਪ੍ਰਾਈਵੇਟਾਈਜੇਸ਼ਨ ਇੱਥੇ ਉਹਨਾਂ ਨੇ ਲੈ ਕੇ ਆਂਦੀ ਆ, ਨੌਕਰੀਆਂ ਪਹਿਲਾਂ ਵੀ ਖਤਮ, ਸਿੱਖਿਆ ਦਾ ਪਹਿਲਾਂ ਹੀ ਬੇੜਾ ਗਰਕ ਹੈ। ਮਤਲਬ ਅੱਜ ਦੇ ਸਮੇਂ ਦੇ ਵਿੱਚ ਕੀ ਆ ਵੀ ਉਹ ਇੰਨੇ ਤਿੱਖੇ ਰੂਪ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ। ਇਹਨਾਂ ਨੇ ਜੱਜ ਖਰੀਦੇ ਹੋਏ ਨੇ, ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦੇਖ ਲਓ ਪਿਛਲੇ ਸਮਿਆਂ ਦੇ ਵਿੱਚ 32 ਦੋਸ਼ੀ ਸਮੇਤ ਅਡਵਾਨੀ ਜਿਹੜੇ 93 ਦੇ ਵਿੱਚ ਜੋ ਇਹਨਾਂ ਨੇ ਬਾਬਰੀ ਮਸਜਿਦ ਢਾਈ ਹੈ, ਜਿਹੜੇ ਉਹਦੇ ਲਈ ਜ਼ਿੰਮੇਵਾਰ ਨੇ, ਸੁਪਰੀਮ ਕੋਰਟ ਨੇ ਉਹਨੂੰ ਬਰੀ ਕੀਤਾ ਹੈ। ਹੁਣ ਇਸ ਤੋਂ 370 ਸੁਪਰੀਮ ਕੋਰਟ ਦਾ ਫੈਸਲਾ ਸੀਗਾ ਕਸ਼ਮੀਰ ਤੋਂ ਹਟਾ, ਇਹ ਸਾਰੀਆਂ ਚੀਜ਼ਾਂ ਇਹ ਸੁਪਰੀਮ ਕੋਰਟ ਦੇ ਹੱਥੋਂ ਹੋ ਰਹੀਆਂ ਨੇ। ਇਸ ਦੀ ਨਾ ਤਾਂ ਨਿਆਂਪਾਲਿਕਾ ਤੋਂ, ਨਾ ਇਹਨਾਂ ਦੀ ਇਹ ਪੁਲਿਸ ਫੌਜ ਤੋਂ ਜਿਹੜੀ ਸਿਰਫ ਸਾਡੇ ਲਈ ਡੰਡਾ ਵਰਾਉਣ ਤੇ ਰੱਖੀ ਹੋਈ ਹੈ, ਨਾ ਇਹਨਾਂ ਲੀਡਰਾਂ ਤੋਂ, ਨਾ ਕਿਸੇ ਕੈਪਟਨ ਤੋਂ, ਨਾ ਕਿਸੇ ਮੋਦੀ ਤੋਂ ਸਾਨੂੰ ਉਮੀਦ ਹੈ। ਹੁਣ ਜਦੋਂ ਦੁਸ਼ਮਣ ਇੱਕ ਹੈ ਤੇ ਦੁਸ਼ਮਣ ਬਹੁਤ ਵੱਡਾ ਹੈ, ਦੁਸ਼ਮਣ ਬਹੁਤ ਤਾਕਤਵਰ ਹੈ। RSS ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਹ 1925 ਤੋਂ ਲਗਾਤਾਰ ਲੱਗੇ ਹੋਏ ਨੇ, ਸਵੇਰੇ ਉੱਠ ਕੇ ਸ਼ਾਖਾ ਲਾਉਂਦੇ ਆ, ਛੋਟੇ ਛੋਟੇ ਬੱਚਿਆਂ ਦੇ, ਔਰਤਾਂ ਦੇ ਦਿਮਾਗ ਦੇ ਵਿੱਚ ਜ਼ਹਿਰ ਭਰਿਆ ਜਾਂਦਾ, ਖਾਸ ਤੌਰ ਤੇ ਮੁਸਲਮਾਨਾਂ ਨੂੰ ਲੈ ਕੇ। ਸਤਿ ਸ਼੍ਰੀ ਅਕਾਲ, ਵਿਜ਼ਨ ਪੰਜਾਬ TV ਵੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੌਮਿਤਾ ਮਿਨਹਾਸ, ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸ਼ੇਡਸ ਆਫ ਵਿਮਨ। ਸ਼ੇਡਸ ਆਫ ਵਿਮਨ ਵਿੱਚ ਅੱਜ ਸਾਡੇ ਨਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਲਾਅ ਸਟੂਡੈਂਟ ਅਤੇ PSU ਲਲਕਾਰ ਦੇ ਮੈਂਬਰ ਅਮਨਦੀਪ ਕੌਰ। ਅਮਨ, ਤੁਹਾਡਾ ਸਵਾਗਤ ਹੈ ਵਿਜ਼ਨ ਪੰਜਾਬ TV ਤੇ। ਬਹੁਤ ਬਹੁਤ ਧੰਨਵਾਦ ਜੀ। ਅਮਨ, ਅੱਜ ਕੱਲ੍ਹ ਤੁਸੀਂ ਕਾਫੀ ਹੋਰ ਗੱਲਾਂ ਬਾਤਾਂ 'ਤੇ ਜਾਣ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਅੱਜ ਕੱਲ੍ਹ ਸਿਸਟਮ ਅਤੇ ਸਰਕਾਰਾਂ ਦੇ ਖਿਲਾਫ ਜਾਂ ਸਿਸਟਮ ਅਤੇ ਸਰਕਾਰਾਂ ਨੂੰ ਤੁਸੀਂ ਕਾਫੀ ਲਲਕਾਰਦੇ ਨਜ਼ਰ ਆਉਂਦੇ ਹੋ, ਕੀ ਕਾਰਨ ਹੈ? ਮੈਨੂੰ ਲੱਗਦਾ ਵੀ ਸਿਸਟਮ ਤੇ ਸਰਕਾਰਾਂ ਕੰਮ ਹੀ ਇਹੋ ਜਿਹੇ ਕਰ ਰਹੇ ਨੇ ਅੱਜ ਕੱਲ੍ਹ ਵੀ ਉਹਨਾਂ ਨੂੰ ਲਲਕਾਰਨ ਦੀ ਲੋੜ ਪੈ ਹੀ ਜਾਂਦੀ ਹੈ। ਵੀ ਜਿੰਨੀਆਂ ਖਾਸ ਤੌਰ 'ਤੇ ਜਦੋਂ ਤੋਂ ਸ਼ੁਰੂ ਹੋਇਆ ਮੋਦੀ ਕਾਲ, ਕਹਦੀ ਆਪਾਂ 14 ਤੋਂ ਲੈ ਕੇ ਮੋਦੀ ਸਰਕਾਰ ਆਈ ਹੈ, ਮਤਲਬ ਜਿਹੜਾ ਕਾਂਗਰਸ ਟੇਬਲ ਦੇ ਥੱਲਿਓਂ ਕੰਮ ਕਰਦੀ ਹੁੰਦੀ ਸੀ, ਇਹਨਾਂ ਨੇ ਨੰਗੇ ਚਿੱਟੇ ਰੂਪ ਦੇ ਵਿੱਚ ਕਰਨਾ ਸ਼ੁਰੂ ਕਰਤਾ। ਇੱਕ ਤੋਂ ਬਾਅਦ ਇੱਕ ਲੋਕ ਜਿਹੜੇ ਹੱਕ ਨੇ ਉਹਨਾਂ ਨੂੰ ਕੁਚਲਣਾ ਹੋਵੇ, ਲੋਕ ਵਿਰੋਧੀ ਨੀਤੀਆਂ ਪਾਸ ਕਰਨੀਆਂ ਹੋਣ, ਮੁਸਲਮਾਨਾਂ ਤੋਂ ਲੈ ਕੇ ਘੱਟ ਗਿਣਤੀਆਂ ਤੋਂ ਲੈ ਕੇ ਨਿਸ਼ਾਨੇ ਬੰਨਣਾ ਹੋਵੇ, ਬੁੱਧੀਜੀਵੀ ਜਿਹੜਾ ਕੋਈ ਆਵਾਜ਼ ਚੱਕ ਰਿਹਾ ਉਹਨਾਂ ਨੂੰ ਟਾਰਗੇਟ ਕਰਨਾ ਹੋਵੇ। ਮੈਨੂੰ ਮਤਲਬ
ਆਉਣ ਵਾਲੇ ਹਰ ਆਉਂਦੇ ਦਿਨ ਦੇ ਨਾਲ ਇਹ ਆਪਦੀ ਬੇਸ਼ਰਮੀ ਦੀਆਂ ਹੱਦਾਂ ਹੋਰ ਪਾਰ ਕਰ ਰਹੇ ਨੇ। ਮਤਲਬ ਇਹ ਤਾਂ ਕੋਈ ਵੈਸੇ ਹੈਰਾਨੀ ਨਹੀਂ ਹੈਗੀ, ਕਿਉਂਕਿ ਇਹ ਫਾਸੀਵਾਦੀ ਗੁੱਟ ਨੇ, ਇਹ ਉਹੀ ਹਿਟਲਰ ਦੇ ਪੈਰੋਕਾਰ ਨੇ, ਆਪਾਂ ਇਹਨਾਂ ਨੂੰ ਇਹੀ ਮੰਨਦੇ ਹਾਂ। ਅਤੇ ਇਸੇ ਕਰਕੇ ਇਹ ਜਿਸ ਹਿਸਾਬ ਨਾਲ ਨੀਤੀਆਂ ਲੈ ਕੇ ਆ ਰਹੇ ਨੇ, ਇਹਨਾਂ ਦਾ ਇੱਕ ਸਕੀਮ ਹੈ, ਇੱਕ ਏਜੰਡਾ ਜਿਹਦੇ ਤਹਿਤ ਚੱਲਦੇ ਨੇ, ਅਤੇ ਇਸੇ ਏਜੰਡੇ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ। ਉਸੇ ਵਿਰੋਧ ਦੇ ਵਿੱਚੋਂ ਇਹ ਆਵਾਜ਼ਾਂ ਨਿਕਲਦੀਆਂ ਨੇ ਵੀ ਸਰਕਾਰ ਦੀਆਂ ਨੀਤੀਆਂ ਇਹ ਗਲਤ ਨੇ, ਇਹਨਾਂ ਦਾ ਵਿਰੋਧ ਕੀਤਾ ਜਾਣਾ ਅੱਜ ਬਣਦਾ ਹੈ। ਬਿਲਕੁਲ ਅਮਨ, ਇਹਨਾਂ ਸਾਰੇ ਮੁੱਦਿਆਂ 'ਤੇ ਆਵਾਂਗੇ। ਜਿਵੇਂ ਕਿ ਅਸੀਂ ਤੁਹਾਨੂੰ ਅਕਸਰ ਦੇਖਦੇ ਹੋ, ਚਾਹੇ ਉਹ ਪੰਜਾਬੀ ਬੋਲੀ ਨੂੰ ਲੈ ਕੇ ਕਦੀ ਤੁਸੀਂ ਜਿਹੜੀ ਸਰਕਾਰ ਨੂੰ ਜਿਹੜਾ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹੋ, ਕਦੀ ਤੁਸੀਂ ਜੋ ਦੇਸ਼ ਦੀਆਂ ਧੀਆਂ ਦੇ ਨਾਲ ਹੋ ਰਿਹਾ ਤੁਸੀਂ ਕਦੀ ਉਸ ਮੁੱਦੇ ਤੇ ਖੜੇ ਹੁੰਦੇ ਹੋ, ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਹਿੱਤ ਨੇ ਉਹਨਾਂ ਲਈ ਤੁਸੀਂ ਖੜੇ ਨਜ਼ਰ ਆਉਂਦੇ ਹੋ। ਇਹਨਾਂ ਸਭ 'ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ PSU ਲਲਕਾਰ ਦਾ ਹਿੱਸਾ ਬਣੇ, ਤੁਸੀਂ ਲੋਕਾਂ ਲਈ ਆਵਾਜ਼ ਚੱਕਦੇ ਹੋ, ਮਤਲਬ ਕਿਵੇਂ ਇਸ ਟਰੈਕ ਤੇ ਆਉਣਾ ਕਿਵੇਂ ਹੋਇਆ? ਮੈਂ ਤਾਂ ਪਹਿਲਾਂ ਵੈਸੇ ਆਰਕੀਟੈਕਚਰ ਕੀਤਾ ਹੈ, ਤੇ ਆਰਕੀਟੈਕਚਰ ਦੇ ਵਿੱਚ ਜਦੋਂ ਆਖਰੀ ਸਾਲ ਟ੍ਰੇਨਿੰਗ ਕਰ ਰਹੀ ਸੀਗੀ, ਉਦੋਂ ਉਹ ਜਿਵੇਂ ਹੁੰਦਾ ਨਾ ਵੀ ਦਫ਼ਤਰੀ ਕੰਮ 8-9 ਤੋਂ 5 ਵਾਲਾ ਸਮਾਂ ਜਿਹੜਾ ਹੁੰਦਾ ਹੈ, ਉਹਦੇ ਵਿੱਚ ਇਹ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਮੈਂ ਆਪਦੇ ਆਪ ਨੂੰ ਖ਼ਤਮ ਕਰ ਰਹੀ ਹਾਂ, ਵੀ ਸਿਰਫ ਪੈਸੇ ਪਿੱਛੇ ਹੀ ਸ਼ਾਇਦ ਲੱਗ ਗਈਆਂ ਜ਼ਿੰਦਗੀ ਦੇ ਵਿੱਚ। ਇੱਕ ਹਮੇਸ਼ਾ ਤੋਂ ਸੌਫਟ ਕਾਰਨਰ ਤਾਂ ਰਿਹਾ ਹੀ ਹੈ ਲੋਕਾਂ ਦੇ ਪ੍ਰਤੀ ਵੀ, ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਹੈ। ਬਹੁਤ ਮਤਲਬ ਝੰਜੋੜਿਆ ਜਾਂਦਾ ਇਨਸਾਨ ਜਦੋਂ ਉਹ ਦੇਖਦਾ ਆਪਦੇ ਆਸ-ਪਾਸ ਇੰਨੀ ਦੁੱਖ ਤਕਲੀਫ ਹੈ। ਅਤੇ ਭਗਤ ਸਿੰਘ ਦੀਆਂ ਕੁਛ ਕੁ ਲਿਖਤਾਂ ਵੀ ਪੜ੍ਹੀਆਂ ਹੋਈਆਂ ਸੀ, ਕਦੇ ਸੁਣੇ ਵੀ ਹੋਏ ਸੀ ਕੁਛ ਭਾਸ਼ਣ ਕਿਸੇ ਦੇ, ਕਦੇ ਗੱਲਾਂ ਬਾਤਾਂ ਦੇ ਵਿੱਚ ਵੀ ਗੱਲਬਾਤ ਹੋਈ ਹੈ, ਅਤੇ ਪਰਿਵਾਰ ਦੇ ਵੱਲੋਂ ਵੀ ਥੋੜ੍ਹੀ ਜਿਹੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਸ਼ੁਰੂਆਤ ਦੇ ਵਿੱਚ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ। ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਉਹ ਆਖਰੀ ਜਿਹੜਾ ਸਾਲ ਇੱਕ ਮੈਂ ਟ੍ਰੇਨਿੰਗ ਕੀਤੀ ਸੀ ਆਪਦੀ, ਉਦੋਂ ਬਸ ਮੈਨੂੰ ਲੱਗਿਆ ਵੀ ਸ਼ਾਇਦ ਮੇਰੀ ਜ਼ਿੰਦਗੀ ਇਹੀ ਬਣ ਕੇ ਰਹਿ ਜੂਗੀ। ਤਾਂ ਫਿਰ ਉਹ ਇੱਕ ਫੈਸਲਾ ਕੁੰਨ ਸਮਾਂ ਸੀ ਵੀ ਜਦੋਂ ਮੈਂ ਯੂਨੀਵਰਸਿਟੀ ਆਉਣਾ ਸ਼ੁਰੂ ਕੀਤਾ, PSU ਲਲਕਾਰ ਦੇ ਨਾਲ ਮਿਲ ਕੇ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਲੱਗੀ, ਅਤੇ ਫਿਰ ਮੈਨੂੰ ਅਹਿਸਾਸ ਹੋਇਆ ਵੀ ਸ਼ਾਇਦ ਨਹੀਂ, ਉਹ ਜ਼ਿੰਦਗੀ ਨਹੀਂ ਜਿਹੜੀ ਮੈਂ ਚਾਹੁੰਦੀ ਹਾਂ। ਅਤੇ ਫਿਰ ਉਹ ਜ਼ਿੰਦਗੀ ਤੋਂ ਨਾਤਾ ਤੋੜ ਕੇ ਫਿਰ ਮੈਂ ਇੱਧਰਲੇ ਪਾਸੇ ਨੂੰ ਰੁਕ ਕੀਤਾ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਛ ਹੋਰ ਦੇਖਾਂਗੇ, ਕਮਾਉਣ ਲਈ ਸਾਧਨ ਹੋਰ ਬਥੇਰੇ ਮਿਲ ਜਾਣਗੇ, ਪਰ ਜ਼ਮੀਰ ਨਹੀਂ ਮਾਰਿਆ ਜਾ ਸਕਦਾ। ਫਿਰ ਇੱਥੇ MA ਫਿਲਾਸਫੀ ਸ਼ੁਰੂ ਕੀਤੀ। ਮਤਲਬ ਅਸੀਂ ਇਹ ਸਮਝ ਸਕਦੇ ਹਾਂ ਕਿ ਜਿਹੜੀਆਂ ਸਰਕਾਰਾਂ ਦੀਆਂ ਲੋਕ ਜਾਂ ਸਰਕਾਰਾਂ ਕਹਿ ਲਈਏ ਜਾਂ ਸਿਸਟਮ ਕਹਿ ਲਈਏ, ਉਹਨਾਂ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ, ਜਿਹੜਾ ਲੋਕਾਂ ਨਾਲ ਧੱਕਾ ਹੁੰਦਾ ਸੀ, ਕਿਤੇ ਨਾ ਕਿਤੇ ਉਹ ਵਲਵਲੇ ਪਹਿਲਾਂ ਤੋਂ ਹੀ ਦਿਲ ਵਿੱਚ ਸੀ, ਤਾਂ ਉਸ ਤੋਂ ਬਾਅਦ ਵਿੱਚ ਯੂਨੀਵਰਸਿਟੀ ਆਣ ਕੇ ਫਿਰ ਪਤਾ ਲੱਗ ਗਿਆ ਕਿ ਇੱਥੇ ਇਸ ਸੰਸਥਾ ਨਾਲ ਜੁੜ ਕੇ ਅਸੀਂ ਕੁਝ ਕਰ ਸਕਦੇ ਹਾਂ। ਬਿਲਕੁਲ, ਕਿਉਂਕਿ ਮੈਂ ਪ੍ਰਾਈਵੇਟ ਯੂਨੀਵਰਸਿਟੀ 'ਚ ਪੜ੍ਹੇ ਹਾਂ, ਉੱਥੇ ਤਾਂ ਤੁਹਾਨੂੰ ਗੇਟ ਤੋਂ ਅੰਦਰ ਐਂਟਰੀ ਯੂਨੀਅਨ ਨਹੀਂ ਬਣਾ ਸਕਦੇ ਤੁਸੀਂ। ਅਸੀਂ ਇੱਕ ਵਾਰ ਕੋਸ਼ਿਸ਼ ਕੀਤੀ ਸੀ, ਸਾਨੂੰ ਸਾਰਿਆਂ ਨੂੰ ਕੱਢ ਦੇਣਾ ਸੀਗਾ, ਮੈਨੂੰ ਹੋਸਟਲ 'ਚੋਂ ਬੇਦਖਲ ਕਰ ਦੇਣਾ ਸੀ। ਮਤਲਬ ਕੁਛ ਚੀਜ਼ਾਂ ਨੇ ਉੱਥੇ ਤਾਂ ਬਿਲਕੁਲ ਹੀ ਰੋਕ ਟੋਕ ਹੈ, ਉੱਥੇ ਕੁਛ ਕਰਨ ਹੀ ਨਹੀਂ ਦਿੰਦੇ ਵਿਦਿਆਰਥੀਆਂ ਨੂੰ, ਬਿਲਕੁਲ ਵੀ ਰਾਜਨੀਤੀ ਦੇ ਨੇੜੇ ਤੇੜੇ ਨਹੀਂ ਹੋਣ ਦਿੰਦੇ। ਭਗਤ ਸਿੰਘ ਦਾ ਤਾਂ ਨਾਮ ਲੈਣਾ ਬਹੁਤ ਦੂਰ ਦੀ ਗੱਲ ਹੈ। ਇੱਥੇ ਜਦੋਂ ਆਉਂਦੇ ਹਾਂ ਤੁਹਾਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ, ਸਰਕਾਰੀ ਯੂਨੀਵਰਸਿਟੀ ਹੈ, ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਚਰਦੇ ਹੋ। ਮੈਂ ਅਖਬਾਰ ਪੜ੍ਹਨਾ ਸ਼ੁਰੂ ਕੀਤਾ ਲਲਕਾਰ ਸਭ ਤੋਂ ਪਹਿਲਾਂ, ਇਹਦੇ ਥਰੂ ਹੀ ਜੁੜੀ ਹਾਂ ਮੈਂ ਵੀ ਇਹ ਅਖਬਾਰ ਇੰਨਾ ਬੇਬਾਕ ਹੋ ਕੇ ਨੌਜਵਾਨ ਇਹ ਲਿਖਦੇ ਨੇ, ਅਤੇ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਵੀ ਨੌਜਵਾਨ ਤਨਖਾਹ ਨਹੀਂ ਲੈਂਦਾ, ਸਾਰੇ ਦੇ ਸਾਰੇ ਵਲੰਟੀਅਰ ਨੇ। ਕਿੰਨੇ ਲਿਖਣ ਤੋਂ ਲੈ ਕੇ ਛਪਾਈ ਤੋਂ ਲੈ ਕੇ ਵੰਡਣ ਦਾ ਕੰਮ ਸਾਰੇ ਮਿਲ ਕੇ ਵਲੰਟੀਅਰ ਕਰ ਰਹੇ ਨੇ, ਅਤੇ ਇਹ ਇੱਕ ਉਮੀਦ ਜਗਾਉਂਦੇ ਨੇ ਵੀ ਜੇ ਨੌਜਵਾਨ ਲੱਗੇ ਹੋਏ ਨੇ ਤਾਂ ਮੈਂ ਸਿਰਫ ਉਸ ਖਾਤਰ ਆਪਦੀ ਖਾਤਰ ਨਹੀਂ ਜਿਉ ਸਕਦੀ, ਅਤੇ ਮੈਂ ਵੀ ਇਹਨਾਂ ਨੌਜਵਾਨਾਂ ਨਾਲ ਮਿਲ ਕੇ ਕੁਛ ਕਰਨਾ ਚਾਹੂੰਗੀ। ਇਹੀ ਕਾਰਨ ਬਣਿਆ ਵੀ ਇਸ ਤਰ੍ਹਾਂ ਇੱਧਰ ਇਸ ਜਥੇਬੰਦੀ ਨਾਲ ਜੁੜੀ। ਆਰਕੀਟੈਕਚਰ ਦਾ ਤੁਸੀਂ ਕੋਰਸ ਵੀ ਕੀਤਾ ਹੈ ਨਾ, ਫਿਰ ਤੁਸੀਂ ਟ੍ਰੇਨਿੰਗ ਵੀ ਕੀਤੀ, ਅਤੇ ਆਰਕੀਟੈਕਚਰ ਵਿੱਚ ਪੈਸਾ ਵੀ ਅੱਛਾ ਖਾਸਾ ਹੈਗਾ ਆ, ਅਤੇ ਕਦੇ ਇਸ ਤਰ੍ਹਾਂ ਦਾ ਮਨ 'ਚ ਮਲਾਲ ਨਹੀਂ ਆਇਆ ਕਿ ਉੱਧਰ ਪੈਸਾ ਸੀਗਾ, ਕੋਈ ਇੱਦਾਂ ਦੇ ਨਹੀਂ ਸੀ ਕਿ ਹੁਣ ਕਿਸੇ ਵੀ ਵੇਲੇ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ, ਹੈ ਨਾ, ਪ੍ਰੋਟੈਸਟਾਂ 'ਚ ਜਾਣਾ ਪੈਂਦਾ ਆ, ਅਤੇ ਇਨਕਮ ਸੋਰਸ ਕੋਈ ਹੈ ਨਹੀਂ? ਜੇ ਆਰਕੀਟੈਕਚਰ 'ਚ ਹੁੰਦੇ ਤਾਂ ਇਸ ਵੇਲੇ ਅੱਛਾ ਖਾਸਾ ਪੈਸਾ ਵੀ ਕਮਾ ਰਹੇ ਹੁੰਦੇ। ਕਦੀ ਇਸ ਤਰ੍ਹਾਂ ਦਾ ਮਲਾਲ ਨਹੀਂ ਆਇਆ? ਨਹੀਂ, ਮੈਨੂੰ ਨਹੀਂ ਲੱਗਦਾ ਵੀ ਮੈਂ ਜਿੱਦਣ ਛੱਡੀ ਵੀ ਸੀ ਅਚਾਨਕ ਹੀ ਛੱਡਿਆ ਹੀ ਸੀ ਜੋਬ ਵੀ, ਬਸ ਮੈਂ ਅੱਜ ਤੋਂ ਬਾਅਦ ਨਹੀਂ ਆ ਸਕਦੀ, ਔਖਾ ਹੈ, ਕਿਉਂਕਿ ਇੱਧਰ ਕਿਸੇ ਪ੍ਰੋਗਰਾਮ 'ਤੇ ਆਉਣਾ ਸੀ, ਮੈਨੂੰ ਛੁੱਟੀ ਨਹੀਂ ਸੀ ਮਿਲਦੀ, ਇਵੇਂ ਹੋਇਆ। ਅਤੇ ਉਸ ਤੋਂ ਬਾਅਦ ਮੈਨੂੰ ਅੱਜ ਤੱਕ ਨਹੀਂ ਪਛਤਾਵਾ ਹੋਇਆ ਵੀ ਮੈਂ ਕਦੇ ਉੱਥੇ ਵਾਪਸ ਜਾਣਾ ਚਾਹੁੰਦੀ ਹਾਂ। ਦੂਜੀ ਗੱਲ, ਕਮਾਈ ਦਾ ਸਾਧਨ ਹੋਇਆ ਤਾਂ ਇੱਥੇ ਲੋਕ ਹੀ ਨੇ ਜਿਨ੍ਹਾਂ ਨੇ ਵੱਡੇ ਇੱਥੇ ਮਹਿਲ ਉਸਾਰ ਦਿੱਤੇ ਨੇ, ਲੋਕਾਂ ਦੀ ਮਿਹਨਤ ਦੀ ਕਮਾਈ ਹੋਈ ਹੁੰਦੀ ਹੈ, ਅਤੇ ਲੋਕ ਕਦੇ ਉਹਨਾਂ ਲਈ ਕੰਮ ਕਰਨ ਵਾਲੇ ਨੂੰ ਭੁੱਖਾ ਨਹੀਂ ਮਰਨ ਦਿੰਦੇ, ਉਹ ਚਾਹੇ ਜੋ ਮਰਜ਼ੀ ਹੋਵੇ। ਅੱਜ ਵੀ ਜਦੋਂ ਕੱਲੀ ਯੂਨੀਵਰਸਿਟੀ ਨਹੀਂ, ਬਾਹਰ ਵੀ ਅਸੀਂ ਮਜ਼ਦੂਰਾਂ 'ਚ ਵੀ ਕਦੇ ਕੰਮ ਕਰਦੇ ਹਾਂ, ਨੌਜਵਾਨਾਂ 'ਚ ਬਾਹਰਲੇ ਕਿਤੇ ਵੀ ਕੰਮ ਕਰਦੇ ਹਾਂ, ਤਾਂ ਲੋਕਾਂ ਦੇ ਬੂਹੇ ਹਮੇਸ਼ਾ ਖੁੱਲ੍ਹੇ ਹੁੰਦੇ ਨੇ ਵੀ ਤੁਸੀਂ ਸਾਡੇ ਕੋਲ ਆਓ ਕਦੇ ਵੀ, ਕਿਸੇ ਵੀ ਸਮੇਂ, ਦਿਨ ਰਾਤ, ਖਾਣਾ ਖਾਧਾ ਹੋਏ ਤੋਂ ਵੀ ਉੱਪਰੋਂ ਦੀ ਖਵਾ ਦੇਣਗੇ। ਇੰਨੇ ਲੋਕਾਂ ਦੇ ਦਿਲ ਚੰਗੇ ਹੁੰਦੇ। ਇਹਨਾਂ ਲੋਕਾਂ ਦੇ ਉੱਤੇ ਭਰੋਸਾ ਕਰਕੇ, ਇਹਨਾਂ ਲੋਕਾਂ ਦੀ ਖਾਤਰ ਤਾਂ ਆਪਾਂ ਸਮਾਜ ਨੂੰ ਕੁਛ ਕਰਨ ਚੱਲੇ ਹਾਂ, ਵਧੀਆ ਬਣਾਉਣ ਚੱਲੇ ਹਾਂ। ਉਹ ਲੋਕਾਂ ਤੋਂ ਭਰੋਸਾ ਨਹੀਂ ਟੁੱਟਿਆ ਹਜੇ ਕਦੇ ਵੀ, ਹਜੇ ਤੱਕ ਤਾਂ ਨਹੀਂ, ਬਿਲਕੁਲ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਦੋ ਤਰ੍ਹਾਂ ਦੇ ਲੋਕ ਦੇਖਦੇ ਹਾਂ। ਜਿੱਦਾਂ ਇੱਕ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਅਸੀਂ ਪੜ੍ਹ ਲਿਆ ਅਤੇ ਹੁਣ ਅਸੀਂ ਪੈਸਾ ਕਮਾਉਣਾ ਆ,
ਤੇ ਬਹੁਤ ਘੱਟ ਗਿਣਤੀ ਲੋਕ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਹੁੰਦਾ ਹੈ ਕਿ ਸਾਡੀ ਸੁਸਾਇਟੀ ਵਿੱਚ ਇਹ ਕੀ ਕੁਝ ਹੋ ਰਿਹਾ ਆ, ਜਾਂ ਉਹਦੇ ਵੱਲ ਧਿਆਨ ਦੇਣ ਜਾਂ ਦੇਖਣ ਜਾਂ ਇਹ ਸੋਚਣ ਕਿ ਅਸੀਂ ਇਹਨਾਂ ਲਈ ਕੁਝ ਕਰਨਾ ਹੈ ਨਾ। ਤੇ ਮਤਲਬ ਅਸੀਂ ਅਮਨ ਉਹਨਾਂ ਕੁਝ ਲੋਕਾਂ ਵਿੱਚੋਂ ਹੈ ਇੱਕ ਕਿ ਜਿਹਨੂੰ ਹੁੰਦਾ ਹੈ ਕਿ ਅਸੀਂ ਲੋਕਾਂ ਦਾ ਪਿਆਰ, ਜਿਹੜਾ ਸਾਨੂੰ ਲੋਕਾਂ ਦਾ ਪਿਆਰ ਚਾਹੀਦਾ ਆ, ਪੈਸਾ ਉਹਦੇ ਲਈ ਛੱਡ ਦਿੱਤਾ। ਬਿਲਕੁਲ ਇਹਦੀ ਲੋੜ ਵੀ ਹੈ। ਜਿਵੇਂ ਜੋ ਤੁਸੀਂ ਭਗਤ ਸਿੰਘ ਦੀਆਂ ਲਿਖਤਾਂ ਪੜ੍ਹਦੇ ਹੋ, ਮੈਨੂੰ ਨਹੀਂ ਲੱਗਦਾ ਵੀ ਕੋਈ ਨੌਜਵਾਨ ਇਹੋ ਜਿਹਾ ਹੋਊਗਾ ਜਿਹੜਾ ਇਮੋਸ਼ਨਲ ਨਾ ਹੋਵੇ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ, ਜਾਂ ਜਿਹਨੂੰ ਉਹਦੇ ਤੋਂ ਜਜ਼ਬਾ ਨਾ ਮਿਲੇ। ਉਹ ਨੌਜਵਾਨ ਵੀ ਲਿਖਦਾ, ਜੇ 23 ਸਾਲ ਦਾ ਨੌਜਵਾਨ ਫਾਂਸੀ ਚੁੰਮ ਕੇ ਹੱਸਦਾ ਹੋਇਆ ਚੜ੍ਹ ਰਿਹਾ ਵਾ ਫਾਂਸੀ ਤੇ ਉਹ ਕਹਿੰਦਾ ਵੀ ਜੇ ਮੈਨੂੰ, ਕਹਿੰਦਾ ਉਹ ਦੱਸਦਾ ਹੈ ਵੀ ਮੈਨੂੰ ਵੀ ਚਾਹੁੰਦਾ, ਮੈਂ ਵੀ ਰਹਿਣਾ ਚਾਹੁੰਦਾ, ਖਾਹਿਸ਼ ਮੇਰੇ ਦਿਲ 'ਚ ਵੀ ਹੈ ਵੀ ਮੇਰੇ ਬੜੇ ਅਰਮਾਨ ਨੇ ਮੈਂ ਪੂਰੇ ਕਰਨੇ ਆ, ਪਰ ਉਹ ਮੈਂ ਨਹੀਂ ਕਰ ਸਕਦਾ। ਪਰ ਉਹ ਕਹਿੰਦਾ ਵੀ ਮੇਰੇ ਤੋਂ ਵੱਡਾ ਇਸ ਵੇਲੇ ਇਹ ਮਕਸਦ ਹੈ ਵੀ ਜਿੰਨਾ ਲੋਕਾਂ ਨੇ ਮੈਨੂੰ ਉੱਚਾ ਚੱਕਤਾ, ਸ਼ਾਇਦ ਮੈਂ ਜਿਉਂਦਾ ਰਹਿ ਕੇ ਇਹ ਸਾਰਾ ਕੁਝ ਨਹੀਂ ਕਰ ਸਕਦਾ। ਤੇ ਮੈਨੂੰ ਲੱਗਦਾ ਜੋ ਅਸੀਂ ਕਰ ਰਹੇ ਹਾਂ ਤਾਂ ਬਹੁਤ ਛੋਟਾ ਜਿਹਾ ਇੱਕ ਹਿੱਸਾ ਹੈ। ਇਸ ਸਮਾਜ ਦੇ ਵਿੱਚ ਬਹੁਤ ਨੌਜਵਾਨ ਇਹੋ ਜਿਹੇ ਨੇ ਜਿਹੜੇ ਸੱਚਮੁੱਚ ਆਪਣੀਆਂ ਜ਼ਿੰਦਗੀਆਂ ਲਗਾ ਰਹੇ ਨੇ ਇੱਧਰਲੇ ਲੇਖੇ। ਤੇ ਅੱਜ ਉਹੀ ਨੌਜਵਾਨ ਨੇ ਜਿਹਨਾਂ ਨੇ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣੀ ਹੈ, ਜਿਹੜੇ ਅੱਗੇ ਨੂੰ ਤੁਰ ਪਏ ਨੇ। ਨਹੀਂ ਤਾਂ ਜਿਹੋ ਜਿਹੀਆਂ ਸਰਕਾਰਾਂ ਨੇ ਅੱਜ, ਤੁਸੀਂ ਜਿਹੜੇ ਮੈਂ ਕਹਿੰਦੀ ਹਾਂ ਵੀ ਜਿਹੜੇ ਪੜ੍ਹ ਲਿਖ ਰਹੇ ਨੇ ਨੌਕਰੀਆਂ ਤਾਂ ਉਹਨਾਂ ਨੂੰ ਵੀ ਨਹੀਂ ਮਿਲ ਰਹੀਆਂ, ਘੁੰਮ ਫਿਰ ਕੇ ਉਹਨਾਂ ਨੂੰ ਵੀ ਆਉਣਾ ਤੇ ਇਸੇ ਰਾਹ ਤੇ ਹੀ ਆਉਣਾ ਪੈਣਾ ਵਾ। ਪਰ ਉਹ ਥੋੜਾ ਜਿਹਾ ਲੰਬਾ ਵੱਲ ਪਾ ਕੇ ਆਉਣਗੇ ਤੇ ਆਪਾਂ ਥੋੜੇ ਛੋਟੇ ਵੱਲ ਦੇ ਰਾਹੀਂ ਪਹੁੰਚ ਚੁੱਕੇ ਹਾਂ। ਵਧੀਆ ਹੈ, ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਪਿਆਰ ਮਿਲਦਾ ਹੈ ਜੇ ਅਸੀਂ ਲੋਕਾਂ ਲਈ ਆਵਾਜ਼ ਚੁੱਕਦੇ ਹਾਂ, ਤੇ ਲੋਕੀ ਵੀ ਜਿਹੜਾ ਆ ਪਿਆਰ ਵੀ ਕਰਦੇ ਨੇ, ਲੋਕੀ ਤੁਹਾਨੂੰ ਜਾਣਦੇ ਵੀ ਨੇ, ਹੈ ਨਾ। ਤਾਂ ਉਹਦਾ ਅਜਿਹੇ ਲੋਕਾਂ ਨੂੰ ਸਕੂਨ ਵੀ ਮਿਲਦਾ ਇਹਨਾਂ ਚੀਜ਼ਾਂ ਤੋਂ, ਪੈਸੇ ਨਾਲੋਂ ਕਿਤੇ ਵੱਧ ਕੇ। ਪਰ ਸਿਸਟਮ ਦੇ ਖਿਲਾਫ, ਸਰਕਾਰ ਦੇ ਖਿਲਾਫ ਆਵਾਜ਼ ਚੁੱਕਣਾ ਵੀ ਆਸਾਨ ਨਹੀਂ ਹੈਗਾ, ਖਾਸ ਕਰ ਇੱਕ ਕੁੜੀ ਦੇ ਲਈ। ਸਾਨੂੰ ਸਾਰਿਆਂ ਨੂੰ ਪਤਾ ਹੈ, ਚਾਹੇ ਅਸੀਂ ਯੂਪੀ ਦੀ ਗੱਲ ਕਰ ਲਈਏ ਜਾਂ ਅਸੀਂ ਨੋਰਮਲ ਵੀ ਹੋਰ ਵੀ ਕਿਸੇ ਸਟੇਟ ਦੀ ਗੱਲ ਕਰ ਲਈਏ, ਤਾਂ ਕਿਤੇ ਨਾ ਕਿਤੇ ਅੱਜ ਵੀ ਮੁਸ਼ਕਿਲ ਹੈਗਾ ਆ ਕਿ ਜੇ ਕੋਈ ਕੁੜੀ ਕਿਸੇ ਸਿਸਟਮ ਜਾਂ ਸਰਕਾਰਾਂ ਦੇ ਖਿਲਾਫ ਆਵਾਜ਼ ਚੁੱਕਦੀ ਹੈ ਤਾਂ ਮੁਸ਼ਕਿਲਾਂ ਵੀ ਆਉਂਦੀਆਂ ਹੋਣਗੀਆਂ। ਆਉਂਦੀਆਂ ਨੇ ਮੁਸ਼ਕਿਲਾਂ ਸਭ ਤੋਂ ਪਹਿਲੀਆਂ ਤਾਂ ਘਰ ਵਾਲਿਆਂ ਵੱਲੋਂ ਹੀ ਆਉਂਦਾ ਹੈ। ਜਿਵੇਂ ਹੁਣ ਹਾਥਰਸ ਵਾਲੀ ਘਟਨਾ ਹੋਈ ਆ, ਕਿਤੇ ਵੀ ਹੋਈਆਂ ਨੇ, ਪਹਿਲਾਂ ਉਹਨਾਂ ਦੇ ਇਹੀ ਆਂਦਾ ਵੀ ਉਹ ਕੁੜੀ ਨਾਲ ਇਹ ਹੋ ਗਿਆ, ਤੇਰੇ ਨਾਲ ਕਿਵੇਂ ਨਹੀਂ ਹੋ ਸਕਦਾ, ਤੂੰ ਵੀ ਦਰਾਤ ਬਰਾਤੇ ਕਿਤੇ ਵੀ ਫਿਰਦੀ ਆ, ਤੂੰ ਇੰਨੇ ਚੁਣੌਤੀ ਦੇ ਨਾਲ ਤੂੰ ਬੋਲਦੀ ਐ ਤੇ ਮੂਹਰੇ ਰਹਿ ਕੇ ਫਿਰ ਉਹ ਤੈਨੂੰ ਅਟੈਕ ਵੀ ਕਰਨਗੇ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਿਵੇਂ ਆਪਾਂ ਕਹੇ ਵੀ ਜੇ ਲੋਕਾਂ 'ਤੇ ਭਰੋਸਾ ਹੈਗਾ, ਜੇ ਤੁਹਾਨੂੰ ਉਹ ਮਕਸਦ 'ਤੇ ਭਰੋਸਾ ਹੈਗਾ ਤਾਂ ਉਹ ਡਰ ਵੀ ਕਿਤੇ ਨਾ ਕਿਤੇ ਉਹ ਪਾਸੇ ਰਹਿ ਜਾਂਦਾ, ਉਹ ਸੈਕੰਡਰੀ ਚੀਜ਼ ਬਣ ਜਾਂਦੀ ਆ। ਪ੍ਰਾਇਮਰੀ ਇਹੀ ਆ ਵੀ ਲੋਕਾਂ ਲਈ ਕੰਮ ਕਰਨਾ ਜ਼ਰੂਰੀ ਹੈ ਅੱਜ ਦੇ ਸਮੇਂ 'ਚ, ਇਸ ਤੋਂ ਬਿਨਾਂ ਹੋਰ ਕੋਈ ਲੋੜ ਨਹੀਂ। ਤੇ ਜੇ ਕੁੜੀਆਂ ਨਹੀਂ ਨਾ ਅੱਗੇ ਆਉਣਗੀਆਂ ਫਿਰ ਉਹ ਅੱਧੀ ਆਬਾਦੀ ਘਰਾਂ ਦੇ ਵਿੱਚ ਬੈਠੀ ਤੇ ਸੱਤਾ ਨੇ ਤਾਂ ਆਪਣੇ ਆਪ ਜਿੱਤ ਜਾਣਾ ਵਾ। ਇਸ ਲਈ ਉਹ ਇਹ ਤੋਂ ਬਿਨਾਂ ਸਰਨਾ ਨਹੀਂ ਹੈਗਾ। ਇਹ ਇੱਕ ਰਸਤਾ ਹੀ, ਇੱਕੋ ਇੱਕ ਰਸਤਾ ਹੈ ਵੀ ਤੁਹਾਨੂੰ ਆ ਕੇ ਲੜਨਾ ਪੈਣਾ ਮੈਦਾਨ ਦੇ ਵਿੱਚ। ਅਮਨ, ਜਦੋਂ ਅੱਜ ਜੇ ਹੁਣ ਅਸੀਂ ਪੋਲੀਟਿਕਸ ਦੀ ਗੱਲ ਕਰੀਏ ਤੇ ਅੱਜ ਦੀ ਪੋਲੀਟਿਕਸ ਵਿੱਚ ਜਦੋਂ ਕੋਈ ਤੁਹਾਡੇ ਵਰਗੇ ਨੌਜਵਾਨ ਉੱਠ ਕੇ ਖੜੇ ਹੁੰਦੇ ਨੇ, ਬੋਲਦੇ ਨੇ, ਸਟੇਜਾਂ ਤੋਂ ਬੋਲਦੇ ਨੇ, ਲੋਕ ਉਹਨਾਂ ਨਾਲ ਜੁੜਦੇ ਨੇ, ਹੈ ਨਾ, ਲੋਕ ਮੁੱਦਿਆਂ ਲਈ ਉੱਠਦੇ ਨੇ, ਉਹ ਤਾਂ ਕਈ ਵਾਰੀ ਉਹਨਾਂ ਨੂੰ ਅਪਰੋਚ ਹੁੰਦੀ ਆ। ਉਹ ਅਪਰੋਚ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਇਹ ਅਪਰੋਚ ਹੁੰਦੀ ਆ ਕਿ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜੀ ਅਪਰੋਚ ਇਹ ਹੁੰਦੀ ਆ ਕਿ ਪੋਲੀਟੀਕਲ ਪਾਰਟੀਆਂ ਆਪਣੇ ਬੈਨੀਫਿਟਸ ਲਈ ਜਾਂ ਕੋਈ ਅਜਿਹੀਆਂ ਸੰਸਥਾਵਾਂ ਆਪਣੇ ਬੈਨੀਫਿਟਸ ਲਈ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੀਆਂ ਤਾਂ ਜੋ ਉਹਨਾਂ ਦਾ ਬੈਨੀਫਿਟ ਸਾਨੂੰ ਮਿਲ ਸਕੇ, ਜਾਂ ਅੱਛਾ ਬੁਲਾਰਾ ਹੈ, ਅੱਛਾ ਸਪੀਕਰ ਹੈਗਾ ਆ, ਇਹ ਸਾਨੂੰ ਇਹਨਾਂ ਦਾ ਬੈਨੀਫਿਟ ਮਿਲ ਸਕਦਾ। ਸੋ ਕਦੀ ਇਹੋ ਜਿਹੀ ਅਪਰੋਚ ਵੀ ਕਿਸੇ ਵੱਲੋਂ ਹੋਈ ਹੈ? ਨਹੀਂ, ਮੈਨੂੰ ਲੱਗਦਾ ਚੁੱਪ ਕਰਾਉਣ ਲਈ ਤਾਂ ਇੱਕ ਦੋ ਗੱਲਾਂ ਹੁੰਦੀਆਂ ਨੇ ਵੀ ਇੱਕ ਤਾਂ ਮੈਂ ਇੰਡੀਵਿਜੂਅਲੀ ਲੱਗੀ ਪਈ ਹਾਂ ਕੰਮ ਕਰਨ ਦੇ ਲਈ, ਉਹ ਹੈ ਨਹੀਂ ਕੇਸ। ਮੈਂ ਇੱਕ ਜਥੇਬੰਦੀ ਨਾਲ ਜੁੜੀ ਹੋਈ ਹਾਂ ਤੇ ਜਦੋਂ ਮੇਰੇ ਕੋਈ ਵੀ ਫੈਸਲੇ ਹੁੰਦੇ ਨੇ, ਮੈਨੂੰ ਸਹੀ ਜਾਂ ਗਲਤ ਸਿਖਾਉਣ ਦੇ ਲਈ, ਮੈਨੂੰ ਇੱਥੇ ਖੜਾ ਕਰਨ ਦੇ ਲਈ, ਬੋਲਣ ਦੇ ਲਈ, ਮਤਲਬ ਬੋਲ ਚਾਹੇ ਮੈਂ ਰਹੀ ਹਾਂ ਪਰ ਜਿਹੜੇ ਵਿਚਾਰ ਹੁੰਦੇ ਨੇ ਉਹ ਉਸ ਜਥੇਬੰਦੀ ਦੇ ਵਿਚਾਰ ਨੇ, ਉਸ ਦੇ ਪਿੱਛੇ ਬਹੁਤ ਲੋਕ ਲੱਗੇ ਹੋਏ ਨੇ। ਇਸ ਕਰਕੇ ਇੱਕ ਸੇਧ ਹਮੇਸ਼ਾ ਮਿਲਦੀ ਰਹਿੰਦੀ ਆ ਵੀ ਕੁਰਾਹੇ ਪੈਣ ਨਾਲੋਂ ਜਾਂ ਫਿਰ ਕਿਸੇ ਪੋਲੀਟੀਕਲ ਪਾਰਟੀਆਂ ਵਾਂਗੂ ਉਹਨਾਂ ਦੇ ਪਿੱਛੇ ਲੱਗੂ ਬਣਨ ਨਾਲੋਂ ਜਾਂ ਕਿਸੇ ਵੱਲੋਂ ਵਰਤੇ ਜਾਣ ਨਾਲੋਂ ਇੱਕ ਬਹੁਤ ਕਹਿ ਦਈਏ ਵੀ ਇਹ ਸੰਭਵ ਨਹੀਂ ਲੱਗਦਾ ਮੈਨੂੰ, ਕਿਉਂਕਿ ਤੁਹਾਡੇ ਨਾਲ ਇੱਕ ਜਥੇਬੰਦੀ ਖੜੀ ਹੈ ਪੂਰੀ, ਜਿਹੜੀ ਤੁਹਾਡੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜਿਹਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ। ਤਾਂ ਉਹਦੇ ਜੇ ਆਪਾਂ ਇੰਡੀਵਿਜੂਅਲੀ ਇਹ ਸਾਰਾ ਕੁਝ ਕਰੀਏ ਤਾਂ ਇਹ ਸੰਭਵ ਆ ਵੀ ਕੋਈ ਵੀ ਕੁਰਾਹੇ ਪੈ ਸਕਦਾ ਹੈ। ਪਰ ਨਾਲ ਜਦੋਂ ਤੁਹਾਡੇ ਇਹੋ ਜਿਹੇ ਲੋਕ ਹੋਣ ਜਿਹੜੇ ਤੁਹਾਡੇ ਵਰਗੇ ਤੁਹਾਡੀ ਸੋਚਦੇ ਹੋਣ, ਜਿਹੜੇ ਤੁਹਾਨੂੰ ਸਹੀ ਰਸਤਾ ਦਿਖਾਉਣ ਲਈ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਫਿਰ ਇਹੋ ਜਿਹੀਆਂ ਮੈਨੂੰ ਕੋਸ਼ਿਸ਼ਾਂ, ਮਤਲਬ ਇਹ ਸੰਭਵ ਨਹੀਂ ਲੱਗਦਾ ਮੈਨੂੰ ਵੀ ਇਹ ਕੁਰਾਹੇ ਪੈਣ ਵਾਲੀ ਜਿਹੜੀ ਗੱਲ ਹੈ ਥੋੜ੍ਹੀ ਜਿਹੀ। ਜੇ ਅਸੀਂ ਫੈਮਿਲੀ ਦੀ ਗੱਲ ਕਰੀਏ, ਹੈ ਨਾ, ਜਿਵੇਂ ਤੁਸੀਂ ਦੱਸਿਆ ਕਿ ਫੈਮਿਲੀ ਨੂੰ ਕਦੇ ਕਦੇ ਡਰ ਲੱਗਦਾ, ਜਿਵੇਂ ਹਾਥਰਸ ਵਾਲੀ ਘਟਨਾ ਹੋਈ, ਉਹ ਕਹਿੰਦੇ ਕਿ ਜੋ ਨਾ ਹੋ ਸਕਦਾ ਤੁਹਾਡੇ ਨਾਲ ਵੀ ਕੁਛ ਨਾ ਕੁਛ ਹੋ ਸਕਦਾ, ਹੈ ਨਾ। ਅਤੇ ਫੈਮਿਲੀ ਦੀ ਸਪੋਰਟ ਕਿਵੇਂ ਦੀ ਰਹਿੰਦੀ ਆ? ਜਿੱਦਾਂ ਮੈਂ ਤੁਸੀਂ ਕਿਹਾ ਕਿ ਹਾਲਾਂਕਿ ਫੈਮਿਲੀ ਦੀ ਸਪੋਰਟ ਓਬਵੀਅਸਲੀ ਥੋੜ੍ਹੀ ਬਹੁਤ ਹੋਏਗੀ ਤਾਂ ਹੀ ਤੁਸੀਂ ਇੱਥੇ ਤੱਕ ਪਹੁੰਚ ਪਾਏ ਹੋ, ਪਰ ਫਿਰ ਵੀ ਇੱਕ ਡਰ ਹੈ ਉਹਨਾਂ ਦੇ ਅੰਦਰ, ਜਾਂ ਉਹਨਾਂ ਨੂੰ ਇਹ ਹੈ ਕਿ ਠੀਕ ਹੈ ਸੋਚ ਰੱਖਣੀ ਤਾਂ ਚੰਗੀ ਗੱਲ ਆ ਪਰ ਇੰਨਾ ਅੱਗੇ ਜਾ ਕੇ ਜਿਹੜਾ ਆ ਸਿਸਟਮ ਦੇ ਖਿਲਾਫ ਨਾ ਬੋਲੋ। ਮੇਰੇ ਨਾ ਡੈਡੀ ਅਧਿਆਪਕ ਨੇ,
ਉਹ ਜਦੋਂ ਮੈਂ ਛੋਟੀ ਹੁੰਦੀ ਸੀਗੀ ਉਹ ਧਰਨਿਆਂ ਤੇ ਜਾਂਦੇ ਹੁੰਦੇ ਸੀ। ਹੁਣ ਸਕੂਲ ਦੇ ਵਿੱਚ ਮੈਂ ਪਬਲਿਕ ਸਕੂਲ 'ਚ ਪੜ੍ਹੀ ਹਾਂ, ਤਾਂ ਜੋ ਧਰਨੇ ਦੇ ਮੈਂ ਕਹਿੰਦੀ ਸੀ ਤੁਹਾਨੂੰ ਸ਼ਰਮ ਨਹੀਂ ਆਉਂਦੀ, ਸੜਕ ਤੇ ਬਹਿ ਕੇ ਤੁਸੀਂ ਧਰਨੇ ਲਾ ਰਹੇ ਹੋ, ਲੋਕ ਕੀ ਕਹਿਣਗੇ। ਉਹਨਾਂ ਨੇ ਮੈਨੂੰ ਉਦੋਂ ਗੱਲ ਕਹੀ ਸੀ, ਪੁੱਤ ਮੈਂ ਤਾਂ ਧਰਨੇ ਆਪਦੀ ਨੌਕਰੀ ਬਚਾਉਣ ਲਈ ਲਾ ਰਿਹਾ, ਤੈਨੂੰ ਲੈਣ ਲਈ ਵੀ ਲਾਉਣੇ ਪੈਣੇ ਆ। ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਉਹ ਗੱਲ ਉਹੀ ਅੱਜ ਸਾਹਮਣੇ ਆ ਗਈ ਹੈ ਵੀ ਅੱਜ ਦੇ ਸਮੇਂ 'ਚ ਜਿਹੋ ਜਿਹੀਆਂ ਸਰਕਾਰਾਂ ਨੇ ਹਾਲ ਕਰਤਾ ਵਾ, ਸਾਨੂੰ ਸੱਚੀ ਮੁੱਚੀ ਨੌਜਵਾਨਾਂ ਨੂੰ ਇਹ ਤੋਂ ਬਿਨਾਂ ਕੋਈ ਰਾਹ ਲੱਭ ਹੀ ਨਹੀਂ ਰਿਹਾ ਵੀ ਅੱਗੇ ਕਰੀਏ ਤੇ ਕਰੀਏ ਕੀ। ਤੇ ਇਹੀ ਮੇਰੇ ਪਿਤਾ ਵੱਲੋਂ ਤਾਂ ਹਮੇਸ਼ਾ ਤੋਂ ਸਪੋਰਟ ਰਹੀ ਹੈ। ਉਹ ਚਾਹੁੰਦੇ ਹੀ ਸੀਗੇ ਵੀ ਇਸੇ ਰਸਤੇ ਹੀ ਜਾਵੇਂ ਤਾਂ ਚੰਗੀ ਗੱਲ ਹੈ। ਮੰਮੀ ਡਰਦੇ ਨੇ, ਮਾਂ ਦਾ ਦਿਲ ਥੋੜਾ ਕਮਜ਼ੋਰ ਹੁੰਦਾ ਬਿਲਕੁਲ। ਉਹ ਸ਼ੁਰੂ ਤੋਂ ਬਹੁਤ ਡਰਦੇ ਹੁੰਦੇ ਸੀ ਪਹਿਲਾਂ ਤਾਂ, ਵੀ ਸਵੇਰੇ ਸ਼ਾਮ ਫੋਨ ਕਰਨੇ, ਕਿੱਥੇ ਹੈ, ਕੀ ਕਰ ਰਹੀ ਹੈ। ਪਰ ਹੁਣ ਉਹਨਾਂ ਨੂੰ ਪਤਾ ਚੱਲ ਗਿਆ ਵੀ ਇਹ ਲੜਕੀ ਥੋੜੀ ਮਤਲਬ ਇਹਨੇ ਆਪਣਾ ਕਰਨਾ ਹੈ, ਹਟ ਨਹੀਂ ਰਹੀ ਹੈ ਪਿੱਛੇ, ਹਾਂ ਇਹਨੇ ਫੈਸਲਾ ਲੈ ਲਿਆ। ਫਿਰ ਉਹ ਹੁਣ ਸਪੋਰਟ ਕਰਦੇ ਨੇ ਤੁਹਾਨੂੰ ਤੁਹਾਡੇ ਫੈਸਲਿਆਂ ਦੇ ਵਿੱਚ। ਉਹ ਜਿਵੇਂ ਤੁਸੀਂ ਕਦੇ ਕਦੇ ਡਰ ਆਉਂਦਾ ਹੈ, ਬੋਲਦੇ ਨੇ, ਆਪਦੀ ਚਿੰਤਾ ਜ਼ਾਹਰ ਕਰਦੇ ਨੇ, ਪਰ ਹੁਣ ਅੱਗੇ ਨਾਲੋਂ ਸਪੋਰਟ ਵਧ ਗਈ ਹੈ। ਜਦੋਂ ਤੁਸੀਂ ਆਪਣੇ ਫੈਸਲਿਆਂ ਤੇ ਅੜਿੱਗ ਹੋ, ਫਿਰ ਆਪਣੇ ਆਪ ਪਰਿਵਾਰ ਤੁਹਾਡਾ ਵੀ ਸਾਥ ਦੇਣ ਲੱਗ ਜਾਂਦਾ, ਪਤਾ ਵੀ ਬੱਚੇ ਚੰਗੇ ਰਾਹ ਹੀ ਲੱਗੇ ਹੋਏ। ਹਾਂ, ਨਾਲੇ ਇੱਕ ਵਾਰੀ ਟਰਸਟ ਵੀ ਵੱਧ ਜਾਂਦਾ ਉਹਨਾਂ ਦਾ ਕਿ ਹਾਂ ਹੁਣ ਇਹ ਆਪਣੇ ਆਪ ਨੂੰ ਸੰਭਾਲ ਸਕਦੇ ਆ, ਹੈ ਨਾ। ਤੇ ਫੈਮਿਲੀ ਦੀ ਗੱਲ ਤਾਂ ਹੁੰਦੀ ਹੈ ਕਿ ਫੈਮਿਲੀ ਤਾਂ ਹਮੇਸ਼ਾ ਜੇ ਬੱਚੇ ਅੱਛਾ ਕਰ ਰਹੇ ਤਾਂ ਉਹਨਾਂ ਦੇ ਨਾਲ ਹੀ ਹੁੰਦੀ ਆ। ਹਾਂ, ਇੱਕ ਡਰ ਜ਼ਰੂਰ ਹੁੰਦਾ ਆ, ਉਹ ਵੀ ਚਲੋ ਮਾਂ ਪਿਓ ਦਾ ਉਹ ਵੀ ਜਾਇਜ਼ ਹੁੰਦਾ ਕਿਤੇ ਨਾ ਕਿਤੇ। ਜੇ ਗੱਲ ਰਿਸ਼ਤੇਦਾਰਾਂ ਦੀ ਆ ਜਾਵੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਿਸ਼ਤੇਦਾਰ ਵੀ ਕਈ ਵਾਰੀ ਬਹੁਤ ਬੋਲਦੇ ਆ ਕਿ ਇਹ ਕਿਹਨਾਂ ਕੰਮਾਂ 'ਚ ਲਾਤੀਆਂ ਤੁਸੀਂ ਕੁੜੀਆਂ, ਇਹ ਸਟੇਜਾਂ ਤੋਂ ਖੜੀ ਹੋ ਕੇ ਇੱਦਾਂ ਕਰਦੀ ਆ, ਉੱਦਾਂ ਕਰਦੀ ਆ, ਜਾਂ ਕੱਲ੍ਹ ਨੂੰ ਕੁਛ ਇੱਦਾਂ ਹੋ ਸਕਦਾ। ਤੇ ਰਿਸ਼ਤੇਦਾਰ ਬਹੁਤ ਵਾਰੀ ਅਜਿਹਾ ਕੁਛ ਕਰਦੇ ਆ, ਅਜਿਹਾ ਵੀ ਕੁਛ ਹੁੰਦਾ ਕਦੇ? ਹਾਂ, ਬੋਲਦੇ ਨੇ ਲੋਕ, ਮੂੰਹ ਤੇ ਵੀ ਬੋਲਦੇ ਆ, ਪਿੱਠ ਪਿੱਛੇ ਵੀ ਬੋਲਦੇ ਆ, ਪਰ ਪਰਿਵਾਰ ਮਤਲਬ ਸਭ ਤੋਂ ਚੰਗੀ ਗੱਲ ਆ ਵੀ ਪਰਿਵਾਰ ਤੁਹਾਡਾ ਸਾਥ ਦਿੰਦਾ ਹੈ। ਜੇ ਕੋਈ ਵੀ ਕੁਛ ਬੋਲਦਾ ਤਾਂ ਪਰਿਵਾਰ ਵਾਲੇ ਉੱਥੇ ਮੇਰੇ ਵੱਲੋਂ ਬੋਲਦੇ ਨੇ ਵੀ ਇਹ ਲੜਕੀ ਦੇ ਲਈ ਹਾਂ ਵੀ ਉਹ ਕਰ ਰਹੀ ਹੈ। ਬਲਕਿ ਕਦੇ ਕਦੇ ਤਾਂ ਖੁਸ਼ ਵੀ ਹੁੰਦੇ ਨੇ ਰਿਸ਼ਤੇਦਾਰ, ਖੁਸ਼ ਹੁੰਦੇ ਨੇ ਵੀ ਹਾਂ ਲੜਕੀ ਕਰ ਰਹੀ ਹੈ ਕੁਛ, ਕੋਈ ਨਾ ਪੁੱਤ। ਕਦੇ ਜਿਵੇਂ ਹੁਣ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਮਗਿਆ ਹੋਇਆ ਹੈ, ਤਾਂ ਉਹ ਖੁਸ਼ ਹੁੰਦੇ ਨੇ ਵੀ ਕੋਈ ਨਾ ਪੁੱਤ ਲੱਗੀ ਹੋਈ ਹੈ, ਕੋਈ ਤਾਂ ਲੱਗਿਆ ਹੋਇਆ ਹੈ। ਤਾਂ ਇਹ ਚਿੰਤਾ ਮੈਂ ਕੁਝ ਕਹਿ ਨਹੀਂ ਸਕਦੀ, ਮਿਕਸਡ ਇਮੋਸ਼ਨ। ਮਤਲਬ ਮੇਰੇ ਮੂੰਹ ਤੇ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਵੀ ਆਹ ਕਿੱਧਰਲੇ ਪਾਸੇ ਨੂੰ ਪੈ ਗਈ। ਮਤਲਬ ਇਹ ਕਹਿੰਦੇ ਨੇ ਵੀ ਤੂੰ ਯਾਰ ਜ਼ਿੰਦਗੀ ਆਪਦੀ ਨਾ ਰੋਲ ਦੇਈਂ ਕਿਤੇ ਵੀ, ਕਿੱਥੇ ਕਮਾ ਕੇ ਤੂੰ ਹੁਣ ਬੈਠੀ ਨੇ ਖਾਣਾ ਹੋਣਾ ਸੀ। ਮੈਂ ਕਿਹਾ ਕਮਾ ਕੇ ਖਾਣ ਵਾਲੇ ਤਾਂ ਬਥੇਰੇ, ਰੋਟੀ ਤਾਂ ਹਰੇਕ ਕੋਈ ਖਾ ਲੈਂਦਾ ਹੈ। ਉਹ ਤਾਂ ਫਿਰ ਮੁੱਕਦਾ ਹੀ ਨਹੀਂ ਨਾ। ਅੰਬਾਨੀ ਕਿਹੜਾ ਹੁਣ ਰੁਕ ਗਿਆ ਕਿਤੇ, ਅਡਾਨੀ ਕਿਹੜਾ ਰੁਕ ਗਏ ਨੇ। ਜਿੰਨਾ ਮਰਜ਼ੀ ਪੈਸਾ ਕਮਾਈ ਜਾਓ ਤੁਸੀਂ, ਉਹ ਤਾਂ ਵੱਧਦਾ ਉਹ ਤਾਂ ਅੱਗੇ ਤੋਂ ਅੱਗੇ ਵੱਧਦਾ ਜਾਂਦਾ। ਬਿਲਕੁਲ, ਵੀ ਉਹ ਲਾਲਚ ਤਾਂ ਕਿਤੇ ਅੰਤ ਨਹੀਂ ਹੈਗਾ ਉਹਦਾ। ਫਿਰ ਲਾਲਚ ਨੂੰ ਛੱਡ ਕੇ ਜੇ ਦੂਜੇ ਪਾਸੇ ਨੂੰ ਜਾਈਏ ਤਾਂ ਫਿਰ ਰਸਤੇ ਬਥੇਰੇ ਨੇ, ਬਹੁਤ ਕਮਾਈਆਂ ਦੇ ਛੋਟੇ ਮੋਟੇ ਸਾਧਨ ਨਿਕਲੇ ਆਉਂਦੇ ਨੇ। ਹਾਂ ਅਮਨ, ਇਸ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਥੇ ਰੁਕਦੇ ਹਾਂ ਕਿ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸ਼ੇਡਸ ਆਫ ਵਿਮਨ, ਤੇ ਸ਼ੇਡਸ ਆਫ ਵਿਮਨ ਵਿੱਚ ਸਾਡੇ ਨਾਲ ਅੱਜ ਮਹਿਮਾਨ ਨੇ ਪੰਜਾਬ ਯੂਨੀਵਰਸਿਟੀ ਤੋਂ ਲਾਅ ਸਟੂਡੈਂਟ ਤੇ PSU ਲਲਕਾਰ ਦੇ ਮੈਂਬਰ ਅਮਨਦੀਪ ਕੌਰ। ਅਮਨ, ਤੁਹਾਡੀ ਜ਼ਿੰਦਗੀ ਬਾਰੇ ਜਾਣਿਆ ਕਿ ਕਿਸ ਤਰੀਕੇ ਨਾਲ ਤੁਸੀਂ ਆਏ, ਕਿਸ ਤਰੀਕੇ ਨਾਲ ਫੈਮਿਲੀ ਦੀ ਸਪੋਰਟ ਰਹੀ, ਹੈ ਨਾ, ਕੀ ਮੁਸ਼ਕਿਲਾਂ ਰਹਿੰਦੀਆਂ ਤੁਹਾਨੂੰ। ਹੁਣ ਜੇ ਅਸੀਂ ਸਰਕਾਰ ਦੀ ਸਿਸਟਮ ਦੀ ਗੱਲ ਕਰ ਲਈ ਤਾਂ ਤੁਹਾਡਾ ਮੇਨ ਮੁੱਦਾ ਹੀ ਉਹਨਾਂ 'ਤੇ ਰਹਿੰਦਾ ਆ ਕਿ ਜਿਹੜਾ ਲੋਕ ਵਿਰੋਧੀ, ਜਿਹੜੀਆਂ ਲੋਕਾਂ ਦੇ ਜਿਹੜੇ ਖਿਲਾਫ ਜਿਹੜੀਆਂ ਨੀਤੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਸੋ ਕਿਹਨਾਂ ਮੁੱਦਿਆਂ 'ਤੇ ਤੁਸੀਂ ਅੱਜ ਕੱਲ੍ਹ ਕੰਮ ਕਰ ਰਹੇ ਹੋ? ਤੁਹਾਨੂੰ ਲੱਗਦਾ ਕਿ ਕਿਹੜੇ ਮੁੱਦੇ ਅੱਜ ਕੱਲ੍ਹ ਹੈਗੇ ਜਿਨ੍ਹਾਂ 'ਤੇ ਤੁਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨ 'ਚ ਲੱਗੇ ਹੋਏ ਆ? ਮੁੱਦੇ ਬਹੁਤ ਸਾਰੇ ਨੇ। ਮਤਲਬ ਸਮਾਜ ਦੇ ਵਿੱਚ ਜਿੰਨੀ ਹਾਲਤ ਖਰਾਬ ਹੈ ਇਸ ਵੇਲੇ, ਆਪਾਂ ਕਹਿ ਦਈਏ ਵੀ ਉਹ ਭਗਤ ਸਿੰਘ ਦਾ ਜਿਵੇਂ ਗੱਲ ਹੈ ਵੀ ਉਹਨਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ ਅੱਜ ਉਹ ਸਮਾਜ ਨਹੀਂ ਜਿੱਥੇ ਬਰਾਬਰਤਾ ਹੋਵੇ, ਜਿੱਥੇ ਇੱਕ ਮਨੁੱਖ ਦੂਜੇ ਦੀ ਲੁੱਟ ਨਾ ਕਰੇ। ਅੱਜ ਉਹੋ ਜਿਹਾ ਸਮਾਜ ਨਹੀਂ ਉਸਾਰਿਆ ਗਿਆ। ਅੱਜ ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਹੈ, ਭਾਵੇਂ ਭਾਜਪਾ ਸਰਕਾਰ ਹੈ, ਇਹ ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੇ ਲੋਕਾਂ ਲਈ ਕਦੇ ਕੋਈ ਕੰਮ ਨਹੀਂ ਕੀਤਾ। ਤਾਂ ਅੱਜ ਖਾਸ ਤੌਰ ਤੇ ਜਿਹੜੀ ਫਾਸੀਵਾਦੀ ਸਰਕਾਰਾਂ ਨੇ, ਜਿਹੜੀ ਭਾਜਪਾ ਸਰਕਾਰ ਹੈ, RSS ਸੰਘ ਦੇ ਜਿਹੜੇ ਇਹ ਨਾਲ ਲੱਗੇ ਹੋਏ ਨੇ, ਜਿਹੜੇ ਹਿਟਲਰ ਵਰਗਿਆਂ ਦੇ ਪੈਰੋਕਾਰ ਨੇ, ਇਹ ਲੋਕ ਵਿਰੋਧੀ ਨੀਤੀਆਂ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਪਾਸ ਕਰ ਰਹੇ ਨੇ। 14 ਤੋਂ ਲੈ ਕੇ ਜਿੰਨੀ ਤੇਜ਼ੀ ਦੇ ਨਾਲ ਨਿੱਜੀਕਰਨ ਵੱਧ ਰਿਹਾ ਵਾ, ਅੰਬਾਨੀਆਂ ਅਡਾਨੀਆਂ ਨੂੰ ਹਰੇਕ ਸੈਕਟਰਾਂ ਦੇ ਵਿੱਚ ਖੁੱਲੀ ਛੁੱਟ ਦਿੱਤੀ ਜਾ ਰਹੀ ਆ। ਚਾਹੇ ਉਹ ਹੁਣ ਖੇਤੀ 'ਚ ਵੜਨ ਦੀ ਗੱਲ ਹੋਵੇ, ਚਾਹੇ ਉਹ ਸਿੱਖਿਆ ਦੀ ਗੱਲ ਹੋਵੇ, ਚਾਹੇ ਜਿਹੜਾ ਮਰਜ਼ੀ ਸੈਕਟਰ ਦੇਖ ਲਓ, ਬਈ ਸਾਰਾ ਬਿਲਕੁਲ ਮੁਨਾਫੇ ਦੇ ਲਈ ਖੋਲ੍ਹਿਆ ਜਾ ਰਿਹਾ ਵਾ। ਇਹੋ ਜਿਹੀਆਂ ਨੀਤੀਆਂ ਦੇ ਵਿੱਚ ਨੌਜਵਾਨ ਆ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਆ। ਮਤਲਬ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਖਿਲਾਫ ਤੁਹਾਨੂੰ ਲੜਨਾ ਪੈਣਾ। ਪਰ ਉਹ ਲੜਨ ਦੇ ਲਈ ਤੁਸੀਂ
ਤੁਸੀਂ ਆਏ ਨਹੀਂ ਵੀ ਸਿੱਧਾ ਜਾ ਕੇ ਆਪਾਂ ਸਿਰਫ ਧਰਨੇ ਦੇ ਵਿੱਚ ਜਾ ਕੇ ਆਪਾਂ ਬੋਲ ਕੇ ਗੱਲ ਸਰਨੀ ਆ। ਗੱਲ ਇਹ ਆ ਵੀ ਥੱਲੇ ਗ੍ਰਾਸ ਰੂਟ ਲੈਵਲ ਤੇ ਤੁਹਾਨੂੰ ਉਹਨਾਂ ਨੌਜਵਾਨਾਂ ਨੂੰ ਜਥੇਬੰਦ ਵੀ ਕਰਨਾ ਪੈਣਾ ਤੇ ਉਹ ਜਥੇਬੰਦ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਨੌਜਵਾਨ ਅੱਜ ਜਿਹੜਾ ਕੁਰਾਹੇ ਪੈ ਰਿਹਾ ਵਾ ਉਸ ਨੌਜਵਾਨ ਨੂੰ ਸਹੀ ਦਿਸ਼ਾ ਤੇ ਲੈ ਕੇ ਜਾਣ ਦੇ ਲਈ ਉਹਨਾਂ ਦੇ ਵਿੱਚ ਕੰਮ ਕਰਨਾ ਪੈਣਾ, ਨੌਜਵਾਨ ਜਥੇਬੰਦੀਆਂ ਬਣਾਉਣੀਆਂ ਪੈਣੀਆਂ, ਵਿਦਿਆਰਥੀਆਂ 'ਚ ਕੰਮ ਕਰਨਾ ਪੈਣਾ, ਇਸੇ ਤਰ੍ਹਾਂ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਹੋਰ ਤਬਕਿਆਂ ਦੇ ਵਿੱਚ ਕੰਮ ਕਰਕੇ ਉਹਨਾਂ ਨੂੰ ਇਕੱਠੇ ਕਰਨਾ ਪੈਣਾ। ਬਿਲਕੁਲ ਤੁਸੀਂ ਦੱਸਿਆ ਕਿ ਸਿਰਫ ਨਾਅਰੇ ਲਾਉਣ ਨਾਲ ਧਰਨੇ ਲਾਉਣ ਨਾਲ ਜਿਹੜਾ ਗੱਲ ਨਹੀਂ ਬਣਨੀ, ਕਿਉਂਕਿ ਇਹ ਸਾਰਾ ਸਿਸਟਮ ਸਰਕਾਰਾਂ ਚਲਾਉਂਦੀਆਂ ਨੇ, ਹੈ ਨਾ, ਪ੍ਰਸ਼ਾਸਨ ਚਲਾਉਂਦਾ ਆ। ਤੇ ਅੱਜ ਕੱਲ੍ਹ ਜਿਹੋ ਜਿਹੇ ਫੈਸਲੇ ਲਏ ਜਾਂਦੇ ਨੇ, ਜਿਹੋ ਜਿਹਾ ਸਿਸਟਮ ਬਣ ਚੁੱਕਿਆ ਆ, ਜਾਂ ਕੋਈ ਕ੍ਰਾਈਮ ਹੁੰਦਾ ਆ, ਜਾਂ ਕੋਈ ਲੋਕਾਂ ਦੇ ਜਿਹੜੇ ਹੱਕ ਜਿਸ ਤਰੀਕੇ ਨਾਲ ਮਾਰੇ ਜਾਂਦੇ ਨੇ, ਸੋ ਕਿਤੇ ਨਾ ਕਿਤੇ ਲੋਕਾਂ ਦੇ ਹੱਕ ਦਿਵਾਉਣ ਵਾਲੇ ਹੀ ਲੋਕਾਂ ਦੇ ਹੱਕ ਮਾਰ ਰਹੇ ਆ। ਤੇ ਇੱਕ ਸੰਸਥਾ ਦੇ ਰੂਪ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਕਿਸ ਹੱਦ ਤੱਕ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਦੇ ਹੋ, ਕਿਸ ਹੱਦ ਤੱਕ ਲੋਕਾਂ ਨੂੰ ਤੁਸੀਂ ਜਿਹੜੀ ਆ ਉਹਨਾਂ ਨੂੰ ਇਨਸਾਫ ਦਿਵਾ ਸਕਦੇ ਹੋ? ਤੁਹਾਡਾ ਕੀ ਰੋਲ ਰਹਿੰਦਾ ਉਸ ਦੇ ਵਿੱਚ? ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਲੋਕਾਂ ਨੂੰ, ਨੌਜਵਾਨਾਂ ਨੂੰ ਜਾਗਰੂਕ ਕਰਨਾ ਪੈਣਾ ਆ, ਹੈ ਨਾ, ਮਜ਼ਦੂਰ ਤਬਕੇ 'ਚ ਤੁਹਾਨੂੰ ਜਾਣਾ ਪੈਣਾ, ਉਹਨਾਂ ਨੂੰ ਉਹਨਾਂ ਦੇ ਹੱਕ ਦੱਸਣੇ ਪੈਣੇ ਆ। ਸੋ ਤੁਹਾਡਾ ਮੇਨ ਰੋਲ ਕੀ ਰਹਿੰਦਾ ਇਸ ਸਾਰੇ ਉਹਦੇ ਵਿੱਚ, ਲੋਕਾਂ ਨੂੰ ਹੱਕ ਦਿਵਾਉਣ ਵਿੱਚ ਜਾਂ ਸਰਕਾਰਾਂ ਨੂੰ ਜਾਗਰੂਕ ਕਰਨ ਵਿੱਚ ਮੇਨ ਰੋਲ ਕੀ ਰਹਿੰਦਾ ਤੁਹਾਡਾ? ਕਿਹਨਾਂ ਪਹਿਲੂਆਂ ਤੇ ਤੁਸੀਂ ਕੰਮ ਕਰਦੇ ਹੋ? ਜਿਵੇਂ ਮੈਂ ਤਾਂ ਵੈਸੇ ਵਿਦਿਆਰਥੀ ਫਰੰਟ ਤੇ ਕੰਮ ਕਰਦੀ ਹਾਂ ਇਸ ਵੇਲੇ, PSU ਲਲਕਾਰ ਵਿਦਿਆਰਥੀ ਜਥੇਬੰਦੀ। ਆਪਾਂ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਨੌਜਵਾਨ ਨੇ ਜਿਹੜੇ, ਉਹਨਾਂ ਨੂੰ ਜਥੇਬੰਦ ਕਰਦੇ ਹਾਂ ਵੀ ਇਹੀ ਉਹ ਨੌਜਵਾਨ ਆ ਜਿਹਦੇ ਕੋਲ ਸਮਾਂ ਵੀ ਹੈ, ਜਿਹਦੇ ਕੋਲ ਉਹ ਮਤਲਬ ਕਹਿ ਜੀ ਵੀ ਸਮਝ ਵੀ ਹੈ ਵੀ ਉਹ ਸਮਾਜ ਦੇ ਵਿੱਚ, ਕਿਉਂਕਿ ਹੁਣ ਜੇ ਮਜ਼ਦੂਰਾਂ ਦੀ ਜਾਂ ਗਰੀਬ ਕਿਸਾਨਾਂ ਦੀਆਂ ਉਹਨਾਂ ਲੋਕਾਂ ਦੀ ਗੱਲ ਕਰੀਏ, ਉਹ ਤਬਕਿਆਂ ਕੋਲ ਤਾਂ ਵੇਲ ਹੀ ਨਹੀਂ ਹੈਗਾ ਨਾ, ਉਹ ਤਾਂ ਸੋਚ ਹੀ ਨਹੀਂ ਸਕਦੇ ਵੀ ਉਹਨਾਂ ਨਾਲ ਸਰਕਾਰ ਕਰੀ ਕੀ ਜਾਂਦੀ, ਅਖਬਾਰ ਪੜ੍ਹਨ ਦਾ ਵੇਲ ਨਹੀਂ ਹੁੰਦਾ, 14-14 ਘੰਟੇ ਦਿਹਾੜੀਆਂ ਲੱਗਦੀਆਂ ਨੇ। ਤਾਂ ਅੱਜ ਇਹੀ ਨੌਜਵਾਨ ਤਬਕਾ ਜਿਹਨੇ ਉਹਦੇ ਤੱਕ ਉਹ ਸੇਧ ਲੈ ਕੇ ਜਾਣੀ, ਉਹਨਾਂ ਨੂੰ ਸਹੀ ਰਾਹ ਤੇ ਪਾਉਣਾ ਹੈ, ਤਾਂ ਪਹਿਲਾਂ ਇਸੇ ਲਈ ਇਹਨਾਂ ਨੌਜਵਾਨਾਂ ਦੇ ਵਿੱਚ, ਇਹਨਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਸਹੀ ਦਿਸ਼ਾ ਲੈ ਕੇ ਜਾਣਾ, ਇਹਨੂੰ ਲੈ ਕੇ ਜਿਵੇਂ ਅਸੀਂ ਇੱਕ ਅਖਬਾਰ ਕੱਢਦੇ ਹਾਂ ਪੰਦਰਵਾੜਾ ਲਲਕਾਰ, ਜਿਵੇਂ ਪਹਿਲਾਂ ਵੀ ਦੱਸਿਆ ਵੀ ਇਹਦੇ ਵਿੱਚ ਕੋਈ ਉਹ ਤਨਖਾਹਦਾਰ ਮੁਲਾਜ਼ਮ ਨਹੀਂ, ਸਾਰੇ ਵਲੰਟੀਅਰ ਕੰਮ ਕਰਦੇ ਨੇ, ਮਿਲ ਕੇ ਕੰਮ ਕਰਦੇ ਨੇ ਸਾਰੇ। ਵੰਡਣ ਦਾ ਵੀ ਕੰਮ ਹੈ, ਚਾਹੇ ਉਹ ਬੱਸਾਂ 'ਚ ਕੰਮ ਹੋਵੇ, ਚਾਹੇ ਉਹ ਟ੍ਰੇਨਾਂ 'ਚ ਹੋਵੇ, ਚਾਹੇ ਘਰੋਂ ਘਰੀ ਗੱਲ ਹੋਵੇ, ਜਾਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਾਉਣੀਆਂ, ਕਿਉਂਕਿ ਪਾਸ਼ ਭਗਤ ਸਿੰਘ, ਪ੍ਰੇਮਚੰਦ ਵਰਗੇ ਜਿਹੜੇ ਵਧੀਆ ਲੋਕਾਂ ਦੇ ਲੇਖਕ ਰਹੇ ਨੇ, ਜਿਨ੍ਹਾਂ ਨੇ ਲੋਕਾਂ ਦੇ ਲਈ ਇੰਨਾ ਵਧੀਆ ਸਾਹਿਤ ਲਿਖਿਆ, ਅੱਜ ਉਹ ਸਾਡੇ ਤੱਕ ਨਹੀਂ ਪਹੁੰਚ ਰਿਹਾ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਲੁਕ ਛੁਪ ਕੇ ਪਿੱਛੇ ਰਹਿ ਗਈਆਂ ਨੇ, ਨਾ ਸਾਨੂੰ ਕੋਰਸਾਂ ਦੇ ਵਿੱਚ ਪੜ੍ਹਾਇਆ ਜਾਂਦਾ, ਨਾ ਹੀ ਸਾਨੂੰ ਕੋਈ ਉਹਦੇ ਬਾਰੇ ਦੱਸਦਾ। ਤੇ ਉਹਦਾ ਇੱਕੋ ਇੱਕ ਰਸਤਾ ਵੀ ਜੇ ਅਸੀਂ ਲੋਕਾਂ ਤੱਕ ਪਹੁੰਚ ਕਰੀਏ, ਬੈਠੇ ਬੈਠੇ ਸਾਡੇ ਤੱਕ ਲੋਕ ਨਹੀਂ ਆਉਣਗੇ। ਇਸੇ ਤਰ੍ਹਾਂ ਬਹੁਤ ਸਾਰੇ ਮਾਧਿਅਮ ਨੇ ਜਿਨ੍ਹਾਂ ਰਾਹੀਂ ਤੁਸੀਂ ਪਹੁੰਚਦੇ ਹੋ, ਉਹ ਨਾਟਕ ਹੋ ਸਕਦੇ ਨੇ, ਉਹ ਗਾਣੇ ਹੋ ਸਕਦੇ ਨੇ, ਉਹ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲ੍ਹਣਾ ਹੋ ਸਕਦਾ ਹੈ, ਉਹ ਮਜ਼ਦੂਰ ਬਸਤੀਆਂ ਦੇ ਵਿੱਚ ਮੇਰੇ ਬਹੁਤ ਸਾਰੇ ਨੌਜਵਾਨ ਦੋਸਤ ਨੇ ਜਿਹੜੇ ਲੁਧਿਆਣੇ ਜਾਂ ਇੱਥੇ ਹੱਲੂਮਾਲ ਜਿਹੜੇ ਕਈ ਥਾਵਾਂ ਤੇ ਨੌਜਵਾਨਾਂ ਦੇ ਵਿੱਚ ਟਿਊਸ਼ਨ ਪੜ੍ਹਾਉਂਦੇ ਨੇ, ਉਹਨਾਂ ਨੂੰ ਮੁਫਤ ਦੇ ਵਿੱਚ ਸਿੱਖਿਆ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਦੀ। ਨਾਲ ਉੱਥੇ ਲਾਇਬ੍ਰੇਰੀਆਂ ਬਣਾਈਆਂ ਹੋਈਆਂ ਨੇ, ਮਤਲਬ ਬੱਚਿਆਂ ਨੂੰ, ਵੱਡਿਆਂ ਨੂੰ, ਨੌਜਵਾਨਾਂ ਨੂੰ ਜਥੇਬੰਦ ਕਰਨ ਦਾ। ਇਸੇ ਤਰ੍ਹਾਂ ਦੇ ਜਿੰਨੇ ਵੀ ਕੰਮ ਹੋ ਸਕਦੇ ਨੇ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਉਹਨਾਂ ਕੰਮਾਂ ਦੇ ਵਿੱਚ ਮੈਂ ਵੀ ਸ਼ਾਮਿਲ। ਸੋ ਜੇ ਅਸੀਂ ਮੁੱਖ ਤੌਰ ਤੇ ਦੇਖੀਏ ਤਾਂ ਤੁਹਾਡੀ ਸੰਸਥਾ ਵੱਲੋਂ, ਤੁਹਾਡੇ ਵੱਲੋਂ ਜਿਹੜੀਆਂ ਦੋ ਚੀਜ਼ਾਂ ਮੁੱਖ ਤੌਰ ਤੇ ਕੀਤੀਆਂ ਜਾਂਦੀਆਂ, ਇੱਕ ਤਾਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਦੂਜਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਇਹ ਨਹੀਂ ਕਹੂੰਗੀ ਵੀ ਸਰਕਾਰਾਂ ਨੂੰ ਜਗਾਉਣ ਦੀ, ਮੈਂ ਕਹੂੰਗੀ ਵੀ ਲੋਕਾਂ ਨੂੰ ਜਗਾਉਣ ਦੀ ਸਰਕਾਰਾਂ ਦੀ ਇਹਨਾਂ ਨੀਤੀਆਂ ਦੇ ਖਿਲਾਫ, ਕਿਉਂਕਿ ਸਰਕਾਰਾਂ ਨਹੀਂ ਜਾਗਣਗੀਆਂ। ਸਰਕਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ। ਸਰਕਾਰ ਐਵੇਂ ਨਹੀਂ, ਜਿਹੜੀ ਹੁਣ ਮੋਦੀ ਸਰਕਾਰ ਕਹਿ ਰਹੀ ਹੈ ਨਾ ਵੀ ਅਸੀਂ ਜਿਹੜੇ ਆਰਡੀਨੈਂਸ ਆ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕਿਸਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਵਾ, ਇਹ ਜਿਹਾ ਕੁਝ ਨਹੀਂ ਹੈਗਾ। ਅਸਲ ਵਿੱਚ ਕੀ ਆ ਵੀ ਸਾਨੂੰ ਪਤਾ ਹੈ ਸਰਕਾਰ ਦੀਆਂ ਕੀ ਨੀਤੀਆਂ ਨੇ, ਸਰਕਾਰ ਨੂੰ ਵੀ ਪਤਾ ਉਹਦਾ ਏਜੰਡਾ ਕੀ ਹੈ। ਸਰਕਾਰ ਨੇ 2024 ਦੇ ਵਿੱਚ 100 ਸਾਲ ਹੋ ਜਾਣੇ RSS ਬਣੀ ਨੂੰ, ਤੇ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ। ਜਿਹੜਾ 370 ਧਾਰਾ ਖਤਮ ਕੀਤੀ ਗਈ ਸੀ ਕਸ਼ਮੀਰ 'ਚ, ਉਹ ਵੀ ਇਹਦਾ ਹੀ ਕਦਮ ਸੀ। ਤੇ ਹੁਣ 5 ਅਗਸਤ ਨੂੰ, ਉਸੇ ਦਿਨ ਜਦੋਂ 370 ਖਤਮ ਕੀਤੀ ਸੀ, ਰਾਮ ਮੰਦਿਰ ਦੀ ਨਿਉਂ ਵੀ ਰੱਖੀ ਇਹਨਾਂ ਨੇ ਕਰੋਨਾ ਦੇ ਟਾਈਮ ਦੇ ਵਿੱਚ। ਇਹੋ ਜਿਹੀਆਂ ਜਿਹੜੀਆਂ ਨੀਤੀਆਂ ਨੇ ਉਹ ਇੱਕ ਤੋਂ ਬਾਅਦ ਇੱਕ ਸਾਡੇ ਤੇ ਕੁਹਾੜਾ ਚੱਲ ਰਿਹਾ। ਮਤਲਬ ਪਹਿਲਾਂ ਕਾਂਗਰਸ ਵੇਲੇ ਕੀ ਸੀ, ਆਪਾਂ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਸੀ ਬੰਦਾ, ਵੀ ਇੰਨੇ ਨੰਗੇ ਚਿੱਟੇ ਰੂਪ 'ਚ ਨਹੀਂ ਸੀ ਹੋ ਰਿਹਾ। ਅੱਜ ਇਹ ਫਾਸੀਵਾਦ ਦਾ ਦੌਰ ਆ ਜਿਸ ਤਰ੍ਹਾਂ ਦਾ, ਜੇ ਅਸੀਂ ਅੱਜ ਨਹੀਂ ਬੋਲਦੇ, ਜੇ ਆਪਣੀਆਂ ਲੜਾਈਆਂ ਨਹੀਂ ਲੜਦੇ, ਤਾਂ ਇਹ ਫਾਸੀਵਾਦੀ ਫਿਰ ਆਪਣੇ ਮੁਕਾਮਾਂ ਤੇ ਪਹੁੰਚਣਗੇ। ਉੱਥੇ ਕੀ ਹੋਊਗਾ? ਉੱਥੇ ਤੁਹਾਡੇ ਮੇਰੇ ਵਰਗਿਆਂ ਲਈ ਕੋਈ ਥਾਂ ਨਹੀਂ ਹੋਊਗੀ। ਉੱਥੇ ਸ਼ਰੇਆਮ ਜਿਹੜਾ ਹੈ ਸਿਰਫ ਇੱਕ ਹਿੰਦੂ ਰਾਸ਼ਟਰ, ਆਪਾਂ ਕਹਾਂਗੇ ਖੌਤਾ ਹਿੰਦੂ ਰਾਸ਼ਟਰ ਹੈ, ਕਿਉਂਕਿ ਦਲਿਤ ਕੁੜੀ ਸੀ ਜਿਹਦੇ ਨਾਲ ਬਲਾਤਕਾਰ ਹੋਇਆ, ਉਹ ਉੱਥੇ ਸਿਰਫ ਉਹਨਾਂ ਗਿਣੇ ਚੁਣੇ ਲੋਕਾਂ ਦੇ ਲਈ ਹੀ ਹੋਊਗਾ। ਸਾਰਾ ਕੁਝ ਅੰਬਾਨੀਆਂ ਅਡਾਨੀਆਂ ਲਈ ਹੀ ਹੋਊਗਾ। ਉੱਥੇ ਜਿਹੜੇ ਵੀ ਘੱਟ ਗਿਣਤੀ ਨੇ, ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਊਗਾ। ਉੱਥੇ ਸ਼ਹੀਨ ਬਾਗ ਉਜਾੜੇ ਜਾਣਗੇ। ਇਹੋ ਜਿਹੀਆਂ ਚੀਜ਼ਾਂ ਨੇ ਇਹ ਸਰਕਾਰ ਕਰ ਰਹੀ ਹੈ ਅੱਜ ਦੇ ਸਮੇਂ। ਇਸ ਲਈ ਆਪਾਂ ਅੱਜ ਇਹੀ ਇਹ ਫੈਸਲਾ ਕੁੰਨ ਸਮਾਂ ਵਾ, ਜੇ ਆਪਾਂ ਆਪਣੀਆਂ ਲਹਿਰਾਂ ਮਜ਼ਬੂਤ ਨਾ ਕੀਤੀਆਂ, ਜੇ ਨੌਜਵਾਨ ਲੋਕ ਜਿਵੇਂ ਪੰਜਾਬ 'ਚ ਉਬਾਲ ਉੱਠਿਆ, ਜੇ ਇਵੇਂ ਇਕੱਠੇ ਹੋ ਕੇ ਨਾ ਲੜੇ ਸਰਕਾਰਾਂ ਦੇ ਖਿਲਾਫ,
ਤੇ ਉਹਨਾਂ ਨੂੰ ਜਗਾਉਣ ਦੀ ਗੱਲ ਨਹੀਂ, ਉਹਨਾਂ ਦੇ ਖਿਲਾਫ ਲੜਾਈ ਦੀ ਗੱਲ ਹੈ ਵੀ ਨਿੱਤਰਨਾ ਪੈਣਾ ਇਸ ਜਿਹੜੀ ਲੋਕ ਲਹਿਰਾਂ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਲੋਕਾਂ ਨੂੰ ਜਿਹੜਾ ਤੁਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰੀਏ, ਵਿਦਿਆਰਥੀਆਂ ਦੇ ਵਿੱਚ ਤੁਸੀਂ ਵਿਚਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿੱਦਾਂ ਦਾ ਹੁੰਗਾਰਾ ਮਿਲਦਾ ਹੈ, ਕਿ ਉਸ ਦਾ ਕਿੰਨਾ ਕੁ ਅਸਰ ਹੁੰਦਾ ਹੈ ਲੋਕਾਂ ਤੇ ਤੁਹਾਡੇ ਜਾਗਰੂਕ ਕਰਨ ਤੋਂ ਬਾਅਦ? ਕਿੰਨੇ ਕੁ ਲੋਕ ਉੱਠ ਕੇ ਖੜ੍ਹਦੇ ਨੇ ਜਾਂ ਤੁਹਾਡੇ ਨਾਲ ਜੁੜਦੇ ਨੇ ਜਾਂ ਜਾਗਰੂਕ ਹੁੰਦੇ ਨੇ, ਜੇ ਤੁਹਾਨੂੰ ਲੱਗਦਾ ਕਿ ਕਿੰਨਾ ਕਿ ਇਸ ਲਹਿਰ ਦਾ ਕਿੰਨਾ ਅਸਰ ਹੋਊਗਾ ਇਨਸਾਫ ਦਿਵਾਉਣ ਲਈ ਲੋਕਾਂ ਨੂੰ, ਉਹਨਾਂ ਨੂੰ ਜਾਗਰੂਕ ਕਰਨ ਦੀ, ਕਿ ਉਹਨਾਂ ਨੂੰ ਉਹਨਾਂ ਦੇ ਹੱਕਾਂ ਦਾ ਪਤਾ ਲੱਗ ਸਕੇ? ਜਿਵੇਂ ਮੇਰੇ ਤੋਂ ਪਹਿਲਾਂ ਵੀ ਜਿਹੜੇ ਲੋਕ ਕਰਦੇ ਰਹੇ ਨੇ ਲਹਿਰਾਂ, ਤਾਂ ਕਦੇ ਵੀ ਮਤਲਬ ਉਤਾਰ ਚੜਾ ਹੁੰਦੇ ਰਹਿੰਦੇ ਨੇ ਬਿਲਕੁਲ ਲਹਿਰਾਂ 'ਚ। ਪਹਿਲਾਂ ਮੋਦੀ ਦੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਥੋੜਾ ਇੰਨਾ ਲੱਗਦਾ ਨਹੀਂ ਸੀ ਹੁੰਦਾ ਵੀ ਐਡੀ ਕੋਈ ਵੱਡੀ ਸਮੱਸਿਆ ਚੱਲ ਰਹੀ ਆ। ਚੱਲ ਉਦੋਂ ਵੀ ਰਹੀ ਸੀਗੀ, 84 ਉਹਨਾਂ ਵੇਲੇ ਹੀ ਹੋਇਆ ਸੀਗਾ, 2002 ਵੀ ਹੋਏ ਨੇ, ਬਥੇਰਾ ਕੁਝ ਹੋਇਆ ਇੱਥੇ ਆਪਣੇ। ਕਿ 91 ਦੀਆਂ ਨੀਤੀਆਂ ਜਿਹੜੀਆਂ LPG ਦੀਆਂ, ਉਹ ਮਨਮੋਹਨ ਸਿੰਘ ਹੀ ਲੈ ਕੇ ਆਇਆ ਸੀਗਾ, ਪ੍ਰਾਈਵੇਟਾਈਜੇਸ਼ਨ ਇੱਥੇ ਉਹਨਾਂ ਨੇ ਲੈ ਕੇ ਆਂਦੀ ਆ। ਨੌਕਰੀਆਂ ਪਹਿਲਾਂ ਵੀ ਖਤਮ, ਸਿੱਖਿਆ ਦਾ ਪਹਿਲਾਂ ਹੀ ਬੇੜਾ ਗਰਕ ਹੈ। ਮਤਲਬ ਅੱਜ ਦੇ ਸਮੇਂ ਦੇ ਵਿੱਚ ਕੀ ਆ ਵੀ ਉਹ ਇੰਨੇ ਤਿੱਖੇ ਰੂਪ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ, ਸ਼ਰੇਆਮ ਬੈਕ ਟੂ ਬੈਕ ਕੀਤੀਆਂ ਜਾਂਦੀਆਂ, ਬੈਕ ਟੂ ਬੈਕ ਕੀਤੀਆਂ ਜਾ ਰਹੀਆਂ ਨੇ। ਤਾਂ ਉਹ ਜਿਹੜੀਆਂ ਚੀਜ਼ਾਂ ਨੇ, ਇਹ ਅੱਜ ਸਮਝਣਾ ਪਏਗਾ ਵੀ ਇਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਵੱਡੇ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਅੱਜ। ਜੇ ਅਸੀਂ ਇਹ ਗੱਲ ਕਰੀਏ ਕਿ ਲੋਕ ਜਿਹੜੇ ਨੇ ਜਾਂ ਸਰਕਾਰ ਦੀ, ਤੁਸੀਂ ਕਿਹਾ ਕਿ BJP ਹੁਣ ਸ਼ਰੇਆਮ ਕਰ ਰਹੀ ਹੈ, ਕਾਂਗਰਸ ਪਹਿਲੇ ਅੰਡਰ ਦੀ ਟੇਬਲ ਕਰਦੀ ਸੀ ਜਿਹੜੇ ਕੰਮ ਹੈ ਨਾ, ਤੇ BJP ਤੇ ਵੀ ਸਵਾਲ ਉੱਠਦੇ ਨੇ, ਕਾਂਗਰਸ ਤੇ ਵੀ ਸਵਾਲ ਉੱਠਦੇ ਨੇ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਫਿਰ ਅਕਾਲੀ ਦਲ ਤੇ ਵੀ ਜਿਹੜੇ ਸਵਾਲ ਉੱਠਦੇ ਨੇ। ਤੁਹਾਨੂੰ ਹੁਣ ਕੀ ਲੱਗਦਾ? ਦੇਖੋ, ਕੰਮ ਤਾਂ ਇਹਨਾਂ ਨੇ ਕਰਨਾ, ਕੰਮ ਤਾਂ ਜਿਹੜੇ ਸਿਸਟਮ ਵਿੱਚ ਨੇ ਉਹ ਉਹਨਾਂ ਨੇ ਹੀ ਕਰਨਾ ਆ। ਅਸੀਂ ਬੋਲ ਸਕਦੇ ਹਾਂ, ਅਸੀਂ ਜਾਗਰੂਕ ਕਰ ਸਕਦੇ ਹਾਂ, ਚਾਹੇ ਉਹ ਮੀਡੀਆ ਹੋਵੇ, ਚਾਹੇ ਉਹ ਸੰਸਥਾਵਾਂ ਹੋਣ। ਕੰਮ ਜਿਹੜਾ ਆ ਉਹ ਲੀਡਰਾਂ ਨੇ ਕਰਨਾ ਆ, ਅਫਸਰਾਂ ਨੇ ਕਰਨਾ ਆ, ਤੇ ਉਹਨਾਂ ਦੇ ਖਿਲਾਫ ਸਾਨੂੰ ਆਵਾਜ਼ ਚੁੱਕਣੀ ਪੈਂਦੀ ਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸਿਸਟਮ 'ਚ ਕੀ ਸੁਧਾਰ ਚਾਹੀਦਾ ਹੈ? ਨਾ ਤਾਂ ਅਸੀਂ ਕਾਂਗਰਸ ਨੂੰ ਪਸੰਦ ਕਰਦੇ ਹਾਂ, ਨਾ ਅਸੀਂ ਅਕਾਲੀ ਦਲ ਨੂੰ ਪਸੰਦ ਕਰਦੇ ਹਾਂ, ਨਾ ਅਸੀਂ BJP ਨੂੰ ਪਸੰਦ ਕਰਦੇ ਹਾਂ। ਕਿਸੇ ਨਾ ਕਿਸੇ ਨੇ ਤਾਂ ਕਮਾਂਡ ਸੰਭਾਲਣੀ ਆ। ਕਮਾਂਡ ਫਿਰ ਲੋਕ ਹੀ ਸੰਭਾਲਣਗੇ। ਮਤਲਬ ਜਿਵੇਂ ਭਗਤ ਸਿੰਘ ਦਾ ਹੀ ਕੋਟ ਹੈ ਵੀ ਜੇ ਕੋਈ ਸਰਕਾਰ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖਦੀ ਹੈ, ਇਹੋ ਜਿਹੀ ਸਰਕਾਰ ਨੂੰ ਲਾ ਦੇਣਾ ਚਾਹੀਦਾ। ਸਾਨੂੰ ਨਹੀਂ ਲੋੜ ਇਹੋ ਜਿਹੀਆਂ ਸਰਕਾਰਾਂ ਦੀ, ਜਿਹੜੀ ਔਰਤਾਂ ਨੂੰ ਨਹੀਂ ਸੁਰੱਖਿਆ ਦੇ ਸਕਦੀ, ਜਿਹੜੀ ਲੋਕਾਂ ਨੂੰ ਬਰਾਬਰੀ ਨਹੀਂ ਦੇ ਸਕਦੇ, ਜਿਹੜੇ ਲੋਕਾਂ ਨੂੰ ਲੁੱਟਣ ਦੇ ਲਈ ਲੱਗੇ ਹੋਏ ਨੇ, ਜਿਹੜੇ ਲਗਾਤਾਰ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਨੀਤੀਆਂ ਪਾਸ ਕਰ ਰਹੇ ਨੇ। ਅਜਿਹੀਆਂ ਸਰਕਾਰਾਂ ਦੀ ਕੀ ਲੋੜ ਹੈ? ਸਿਸਟਮ ਹੀ ਚਲਾਉਣਾ ਹੈ, ਚੱਲ ਜੂਗਾ। ਲੋਕ ਆਪਦੀਆਂ ਜਿਹੜੀਆਂ ਜਥੇਬੰਦੀਆਂ ਲੋਕਾਂ ਦੇ ਏਡੇ ਵੱਡੇ ਸੰਘਰਸ਼ ਲੜ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਉਹ ਦੇਸ਼ ਨਹੀਂ ਚਲਾ ਸਕਦੀਆਂ? ਹੁਣ ਇਸ ਵੇਲੇ ਗੁੰਡੇ ਬੈਠੇ ਹੋਏ ਨੇ, ਹੱਤਿਆਰੇ ਬੈਠੇ ਹੋਏ ਨੇ, ਬਲਾਤਕਾਰੀ ਬੈਠੇ ਹੋਏ ਨੇ ਉਸ ਪਾਰਲੀਮੈਂਟ ਦੇ ਵਿੱਚ। ਇਸ ਵੇਲੇ ਇਹ ਲੋਕ ਨੇ ਜਿਹੜੇ ਪੋਲੀਟੀਸ਼ੀਅਨਸ ਨੇ, ਇਹਨਾਂ ਨੇ ਆਪਦੇ ਹੀ ਬਿਜ਼ਨਸ ਬਣਾ ਰੱਖੇ ਨੇ ਹਰ ਥਾਂ ਦੇ ਉੱਤੇ। ਮਤਲਬ ਇਹ ਲੋਕਾਂ ਦੇ ਪੈਸੇ ਨੂੰ ਖਾ ਰਹੇ ਨੇ, ਹਜਮ ਕਰ ਰਹੇ ਨੇ। ਲੋਕਾਂ ਦੀ ਟੈਕਸ ਦੇ ਪੈਸੇ ਦੀ ਲਗਾਤਾਰ ਲੁੱਟ ਹੋ ਰਹੀ ਹੈ। ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈਗਾ, ਤੇ ਇਹੀ ਨੌਜਵਾਨ ਪੀੜ੍ਹੀ, ਇਹੀ ਮਜ਼ਦੂਰ, ਗਰੀਬ ਕਿਸਾਨ, ਜਿਹੜੇ ਲੋਕ ਵੀ ਨੇ ਜਿਨ੍ਹਾਂ ਦੇ ਅੱਜ ਹੱਕ ਦਬਾਏ ਜਾ ਰਹੇ ਨੇ, ਜਦੋਂ ਇਹ ਲੋਕ ਸੜਕਾਂ ਤੇ ਆ ਗਏ ਤਾਂ ਇਹੋ ਜਿਹੇ ਤਖਤੇ ਪਲਟ ਹੁੰਦੇ ਸਮਾਂ ਨਹੀਂ ਲੱਗਦਾ। ਤੇ ਜੇ ਸਾਨੂੰ ਲੱਗਦਾ ਵੀ ਇਹਨਾਂ 'ਚੋਂ ਉਮੀਦਾਂ ਨਹੀਂ ਹੈਗੀਆਂ, ਸਿਸਟਮ ਤਾਂ ਦੇਖੋ ਸੁਧਰਨ ਵਾਲਾ ਮੈਨੂੰ ਲੱਗਦਾ ਨਹੀਂ ਹੈ। ਇਹਨਾਂ ਨੇ ਜੱਜ ਖਰੀਦੇ ਹੋਏ ਨੇ। ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦੇਖ ਲਓ ਪਿਛਲੇ ਸਮਿਆਂ ਦੇ ਵਿੱਚ। 32 ਦੋਸ਼ੀ ਸਮੇਤ ਅਡਵਾਨੀ, ਜਿਹੜੇ 93 ਦੇ ਵਿੱਚ ਜੋ ਇਹਨਾਂ ਨੇ ਬਾਬਰੀ ਮਸਜਿਦ ਢਾਈ ਹੈ, ਜਿਹੜੇ ਉਹਦੇ ਲਈ ਜ਼ਿੰਮੇਵਾਰ ਨੇ, ਸੁਪਰੀਮ ਕੋਰਟ ਨੇ ਉਹਨੂੰ ਬਰੀ ਕੀਤਾ ਹੈ। ਹੁਣ ਇਸ ਤੋਂ 370 ਸੁਪਰੀਮ ਕੋਰਟ ਦਾ ਫੈਸਲਾ ਸੀਗਾ ਕਸ਼ਮੀਰ ਤੋਂ ਹਟਾ। ਇਹ ਸਾਰੀਆਂ ਚੀਜ਼ਾਂ ਇਹ ਸੁਪਰੀਮ ਕੋਰਟ ਦੇ ਹੱਥੋਂ ਹੋ ਰਹੀਆਂ ਨੇ। ਇਸ ਦੀ ਨਾ ਤਾਂ ਨਿਆਂਪਾਲਿਕਾ ਤੋਂ, ਨਾ ਇਹਨਾਂ ਦੀ ਇਹ ਪੁਲਿਸ ਫੌਜ ਤੋਂ ਜਿਹੜੀ ਸਿਰਫ ਸਾਡੇ ਲਈ ਡੰਡਾ ਵਰਾਉਣ ਤੇ ਰੱਖੀ ਹੋਈ ਹੈ, ਨਾ ਇਹਨਾਂ ਲੀਡਰਾਂ ਤੋਂ, ਨਾ ਕਿਸੇ ਕੈਪਟਨ ਤੋਂ, ਨਾ ਕਿਸੇ ਮੋਦੀ ਤੋਂ ਸਾਨੂੰ ਉਮੀਦਾਂ ਰਹਿ ਗਈਆਂ ਨੇ। ਉਮੀਦਾਂ ਸਾਨੂੰ ਸਿਰਫ ਲੋਕਾਂ ਤੋਂ ਨੇ, ਲੋਕਾਂ ਦੀਆਂ ਜਥੇਬੰਦੀਆਂ ਤੋਂ ਨੇ। ਤੇ ਲੋਕ ਲੜ ਕੇ ਇੱਕ ਬਿਹਤਰ ਸਮਾਜ ਬਣਾ ਵੀ ਸਕਦੇ ਨੇ, ਬਿਹਤਰ ਸਮਾਜ ਚਲਾ ਵੀ ਸਕਦੇ ਨੇ। ਬਸ ਉਹਨਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ, ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਪੰਜਾਬ ਦੇ ਲੋਕ ਤਾਂ ਮੂੰਹੋਂ ਕਹਿੰਦੇ ਨੇ ਕਿ ਅਸੀਂ ਅੱਕੇ ਹੋਏ ਹਾਂ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ। ਇੱਕ ਵੱਖਰੀ ਧਿਰ ਵੀ ਬਣਨ ਦੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਲੋਕ ਹਿਤੈਸ਼ੀ ਹਾਂ, ਅਸੀਂ ਲੋਕਾਂ ਦੀ ਗੱਲ ਕਰਦੇ ਹਾਂ। ਪਰ ਉਹ ਜਿਹੜੇ ਗੱਲ ਕਰਦੇ ਨੇ ਹੈ ਨਾ, ਉਹ ਵੀ ਇਕੱਠੇ ਨਹੀਂ ਹੋ ਪਾ ਰਹੇ। ਤੇ ਅਕਸਰ ਉਦੋਂ ਸਵਾਲ ਉੱਠਦੇ ਆ ਕਿ ਜਿਹੜੇ ਆਪ ਨਹੀਂ ਇਕੱਠੇ ਹੋ ਪਾ ਰਹੇ, ਉਹ ਲੋਕਾਂ ਨੂੰ ਕਿਵੇਂ ਸੰਭਾਲਣਗੇ? ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕਾਂ ਦੇ ਸੰਘਰਸ਼ ਦੀ ਗੱਲ ਕਰਦੇ ਆ, ਜਿਹੜੇ ਲੋਕਾਂ ਲਈ ਆਵਾਜ਼ ਚੁੱਕਦੇ ਆ, ਉਹ ਸਰਕਾਰਾਂ ਵੀ ਚਲਾ ਸਕਦੇ ਆ, ਜਾਂ ਪ੍ਰੈਕਟੀਕਲੀ ਜੇ ਦੇਖੀਏ ਤਾਂ ਕਿੰਨਾ ਕੁ ਪੋਸੀਬਲ ਹੈਗਾ ਆ ਇਹ? ਮਤਲਬ ਦੂਰਦਰਸ਼ੀ ਲੱਗਦਾ ਹੈ ਲੋਕਾਂ ਨੂੰ ਵੀ ਯਾਰ ਇਹ ਤਾਂ ਸੰਭਵ ਨਹੀਂ ਹੈਗਾ। ਪਰ ਜੋ ਸਰਕਾਰ ਕਰ ਰਹੀ ਆ ਕਿ ਉਹ ਕਿੰਨਾ ਕੁ ਜਸਟੀਫਾਈਡ ਹੈ, ਅੱਜ ਅਸੀਂ ਉਹਨੂੰ ਕਿੰਨਾ ਕੁ ਮਨਜ਼ੂਰ ਕਰ ਸਕਦੇ ਹਾਂ ਵੀ ਸਰਕਾਰ ਜਿਹੜਾ ਕੁਛ ਜਿੰਨੀਆਂ ਨੀਤੀਆਂ ਲੈ ਕੇ ਆ ਰਹੀ ਆ, ਵੀ ਫਿਰ ਇਹਦਾ ਬਦਲ ਕੀ ਹੋਊਗਾ? ਬਦਲ ਇਹੀ ਹੋ ਸਕਦਾ ਵੀ ਲੋਕ ਇਕੱਠੇ ਹੋਣ। ਹੁਣ ਜਦੋਂ ਦੁਸ਼ਮਣ ਇੱਕ ਹੈ ਤੇ ਦੁਸ਼ਮਣ ਬਹੁਤ ਵੱਡਾ ਹੈ, ਦੁਸ਼ਮਣ ਬਹੁਤ ਤਾਕਤਵਰ ਹੈ। RSS ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਇਹ 1925 ਤੋਂ ਲਗਾਤਾਰ ਲੱਗੇ ਹੋਏ ਨੇ, ਸਵੇਰੇ ਉੱਠ ਕੇ ਸ਼ਾਖਾ ਲਾਉਂਦੇ ਆ। ਛੋਟੇ ਛੋਟੇ ਬੱਚਿਆਂ ਦੇ, ਔਰਤਾਂ ਦੇ ਦਿਮਾਗ ਦੇ ਵਿੱਚ ਜ਼ਹਿਰ ਭਰਿਆ ਜਾਂਦਾ।
ਖਾਸ ਤੌਰ ਤੇ ਮੁਸਲਮਾਨਾਂ ਨੂੰ ਲੈ ਕੇ, ਤੇ ਜਿਸ ਤਰ੍ਹਾਂ ਦੇ ਇਹਨਾਂ ਨੇ ਸ਼ੁਰੂ ਕਰਤਾ ਸੀ CANRC ਨੂੰ ਲੈ ਕੇ, ਤੇ ਲੋਕਾਂ ਦੇ ਵਿਰੋਧ ਆਪ ਮੁਹਾਰੇ ਰੋ ਉੱਠ ਖੜੇ ਸੀਗੇ। ਤਾਂ ਇਹਨਾਂ ਨੂੰ ਜਿਵੇਂ ਅੱਜ ਵੀ ਪੰਜਾਬ ਦੇ ਵਿੱਚ ਹੁਣ ਜੋ ਚੱਲ ਰਿਹਾ ਹੈ, ਕਿਹਾ ਜਾਂਦਾ ਵੀ ਨਹੀਂ ਇਹ ਇਕੱਠੇ ਨਹੀਂ ਹੈਗੇ, ਇਹ ਅੱਡ-ਅੱਡ ਹੋ ਰਹੇ ਨੇ। ਬਹੁਤ ਸਾਰੇ ਸਰਕਾਰ ਦੇ ਵੀ ਬੰਦੇ ਬਿਠਾਏ ਹੁੰਦੇ ਨੇ ਵਿੱਚ, ਜਿਹੜੇ ਜਾਣਬੁੱਝ ਕੇ ਇਹੋ ਜਿਹੇ ਲੋਕ ਘੋਲਾਂ ਨੂੰ ਥੱਲੇ ਪਾਉਣ ਦੀ ਕੋਸ਼ਿਸ਼ਾਂ ਕਰਦੇ ਨੇ। ਤਾਂ ਮੇਰਾ ਤਾਂ ਇਹੀ ਕਹਿਣਾ ਵੀ ਜਿਹੜੀਆਂ ਲੋਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਇੰਨੇ ਸਾਲਾਂ ਤੋਂ ਕੰਮ ਕਰ ਰਹੀਆਂ ਨੇ, ਉਹਨਾਂ ਲਈ ਲੜ ਰਹੀਆਂ ਨੇ, ਅੱਜ ਉਹ ਜਥੇਬੰਦੀਆਂ ਮਿਲ ਕੇ ਉਹਨਾਂ ਦੇ ਕੋਲ ਅਗਲੀ ਸੇਧ ਹੁੰਦੀ ਹੈ, ਜ਼ਰੂਰ ਹੁੰਦੀ ਹੈ, ਤੇ ਉਹ ਜਥੇਬੰਦੀਆਂ ਅੱਗੇ ਲੋਕਾਂ ਨੂੰ ਹੋਰ ਅੱਗੇ ਲੈ ਕੇ ਜਾਣਗੀਆਂ। ਇਹ ਸੰਘਰਸ਼ ਜਿੱਤ ਕੇ ਅਸੀਂ ਇੱਕ ਬਿਹਤਰ ਸਮਾਜ ਵੱਲ ਵੀ ਪਹੁੰਚਾਂਗੇ ਜ਼ਰੂਰ। ਬਿਲਕੁਲ ਅਮਨ, ਜਦੋਂ ਲੋਕ ਸੰਘਰਸ਼ 'ਚ ਪੈ ਜਾਣ ਜਾਂ ਇੱਕ ਵਾਰੀ ਨੌਜਵਾਨ ਤਬਕਾ ਵੀ ਉੱਠ ਖੜਾ ਹੋਵੇ, ਲੋਕ ਜਾਗਰੂਕ ਹੋ ਜਾਣ, ਤਾਂ ਕਦੇ ਕਦੇ ਸਰਕਾਰਾਂ ਨੂੰ ਵੀ ਆਪਣੇ ਫੈਸਲੇ ਮੋੜਨੇ ਪੈਂਦੇ ਆ, ਤਾਂ ਸਰਕਾਰਾਂ ਨੂੰ ਵੀ ਉਹਨਾਂ ਦੇ ਮੁਤਾਬਕ ਚੱਲਣਾ ਪੈ ਸਕਦਾ ਹੈ। ਇਹ ਡਿਪੈਂਡ ਕਰਦਾ ਹੈ ਕਿ ਕਿੱਦਾਂ ਲੋਕ ਉੱਠ ਖੜੇ ਹੁੰਦੇ ਨੇ, ਕਿੰਨਾ ਕੁ ਅਸੀਂ ਸਰਕਾਰ ਨੂੰ ਕਿਸ ਹੱਦ ਤੱਕ ਮਜਬੂਰ ਕਰ ਸਕਦੇ ਹਾਂ। ਸੋ ਇੱਕ ਬੜਾ ਅੱਛਾ ਖਾਸਾ ਪਲੇਟਫਾਰਮ ਤੁਸੀਂ ਛੱਡਿਆ ਹੈ ਨਾ, ਤੇ ਮਤਲਬ ਕਮਾਈ ਦਾ ਸਾਧਨ ਕਹਿ ਲਓ, ਜਾਂ ਕਹਿ ਲਈ ਕਿ ਇਸ ਵੇਲੇ ਬੜੀ ਆਰਾਮ ਦੀ ਜ਼ਿੰਦਗੀ ਹੋਣੀ ਸੀਗੀ, ਪੈਸਾ ਆਉਣਾ ਸੀਗਾ, ਆਰਾਮ ਨਾਲ ਬੜਾ ਲਗਜ਼ਰੀ ਲਾਈਫ ਵੀ ਹੋਣੀ ਸੀ ਹੁਣ ਤੱਕ, ਤੁਹਾਡੇ ਨਾਲ ਦੇ ਬਹੁਤ ਅੱਛਾ ਖਾਸਾ ਕਮਾ ਵੀ ਰਹੇ ਹੋਣਗੇ, ਹੈ ਨਾ। ਸੋ ਪਰ ਤੁਸੀਂ ਉਹ ਸਾਰਾ ਕੁਝ ਛੱਡ ਕੇ ਲੋਕਾਂ ਦੇ ਹਿੱਤ ਦੇ ਲਈ ਜਿਹੜਾ ਆ, ਜਾਂ ਲੋਕਾਂ ਤੁਹਾਡੇ ਅੰਦਰ ਇਹ ਵਲਵਲਾ ਸੀ ਕਿ ਮੈਂ ਲੋਕਾਂ ਲਈ ਕੁਝ ਕਰਨਾ, ਜਾਂ ਪੈਸਾ ਕਮਾਉਣਾ ਤਾਂ ਸਾਰੇ ਹੀ ਕਮਾਈ ਜਾਂਦੇ ਆ, ਕੁਝ ਵੱਖਰਾ ਕਰਨਾ ਹੈ। ਸੋ ਅੱਜ ਦੇ ਯੂਥ ਨੂੰ ਮੈਂ ਅਖੀਰ ਵਿੱਚ ਇਹੀ ਚਾਹੁੰਦੀ ਹਾਂ ਕਿ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਯੂਥ ਜਿਹੜਾ ਆ ਉਹ ਭਵਿੱਖ ਦੇ ਲਈ ਬਹੁਤ ਇੱਕ ਕਹਿ ਲਓ ਕਿ ਇੱਕ ਅਹਿਮ ਪੜਾਅ ਸਾਡਾ ਹੈਗਾ ਆ। ਜੇ ਅਸੀਂ ਅੱਜ ਉਹਨੂੰ ਜਾਗਰੂਕ ਕਰ ਦਿੱਤਾ, ਜੇ ਉਹਨੂੰ ਆਪਣੇ ਹੱਕਾਂ ਬਾਰੇ ਪਤਾ ਲੱਗ ਗਿਆ, ਕਿਉਂਕਿ ਜਿੰਨਾ ਕਿ ਮੈਂ ਵਿਚਰਦੀ ਹਾਂ ਲੋਕਾਂ ਦੇ ਵਿੱਚ, ਜਿਹੜਾ ਯੂਥ ਅੱਜ ਪੜ੍ਹਿਆ ਲਿਖਿਆ ਵੀ ਹੈਗਾ ਆ, ਜਿਹਨਾਂ ਅਸੀਂ ਸੋਚਦੇ ਹਾਂ, ਉਹ ਜਿਹੜੇ ਖਾਸ ਕਰ ਤੌਰ 'ਤੇ ਬਹੁਤ ਸਾਰਾ ਤਬਕਾ ਇਹੋ ਜਿਹਾ ਹੈਗਾ ਜਿਹੜਾ ਬਿਜ਼ਨਸ 'ਤੇ ਬਹਿ ਗਿਆ ਆਪਣੇ ਜਾ ਕੇ, ਜਾਂ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਸੁਸਾਇਟੀ 'ਚ ਜੋ ਮਰਜ਼ੀ ਹੋਈ ਜਾਵੇ, ਮੇਰੇ ਘਰੇ ਪੈਸਾ ਆਉਂਦਾ ਆ, ਮੇਰੀ ਤਾਂ ਰੋਟੀ ਪਾਣੀ ਵਧੀਆ ਚੱਲ ਰਹੀ ਹੈ, ਮੈਨੂੰ ਅੱਛੇ ਖਾਸੇ ਖਰਚਣ ਨੂੰ ਪੈਸੇ ਵੀ ਮਿਲਦੇ, ਮੇਰੇ ਵੱਲੋਂ ਜੋ ਮਰਜ਼ੀ ਹੋਈ ਜਾਵੇ ਸੁਸਾਇਟੀ ਲਈ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੈਗੇ ਆ। ਸੋ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਖੀਰ 'ਚ? ਯੂਥ ਨੂੰ ਇੱਕੋ ਇੱਕ ਮੈਸੇਜ ਹੈ ਵੀ ਜਿਵੇਂ ਹੁੰਦਾ ਨਾ ਵੀ ਅੱਜ ਗਵਾਂਢੀ ਦੇ ਘਰ 'ਚ ਅੱਗ ਲੱਗੀ ਹੈ, ਕੱਲ੍ਹ ਨੂੰ ਤੁਹਾਡੇ ਘਰ ਵੀ ਲੱਗਣੀ ਹੈ। ਵੈਸੇ ਬਹੁਤੀ ਜਿਹੜੀ ਇਹ ਯੂਥ ਹੈ ਨਾ, ਇਹਨਾਂ 'ਚੋਂ ਬਹੁਤੇ ਨੌਜਵਾਨਾਂ ਨੂੰ ਤਾਂ ਇਸ ਗੱਲ ਦੀ ਸਮਝ ਆ ਗਈ ਹੈ। ਆ ਸਾਡੀ ਯੂਨੀਵਰਸਿਟੀ ਹੈ, ਇਸ ਵੇਲੇ ਬੰਦ ਪਈ ਹੈ, ਪਰ ਇਸ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਇੱਥੋਂ ਪੜ੍ਹਨ ਵਾਲੇ ਘੱਟ ਮਿਲਣਗੇ, ਬਾਹਰਲੇ ਨੌਜਵਾਨ ਵੱਧ, ਜਿਨ੍ਹਾਂ ਨੇ MA PhD ਡਬਲ MA ਕਿੰਨੀਆਂ ਹੀ ਡਿਗਰੀਆਂ ਲੈ ਕੇ BTech ਪਤਾ ਨਹੀਂ ਕੀ ਕੁਛ ਕਰਕੇ ਇੱਥੇ ਵਿਹਲੇ ਘੁੰਮਦੇ ਰਹਿੰਦੇ ਆ। ਕਿ ਅਸੀਂ PCS ਦੀ ਤਿਆਰੀ ਕਰਦੇ ਹਾਂ, ਅਸੀਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹਾਂ, ਅਸੀਂ ਪੇਪਰ ਦੇਣਾ, ਕੋਈ ਸਰਕਾਰੀ ਪੇਪਰ ਕਲੀਅਰ ਨਹੀਂ ਹੋ ਰਿਹਾ, ਸਰਕਾਰਾਂ ਨੇ ਤੁਹਾਡੀਆਂ ਨੌਕਰੀਆਂ ਤੇ ਤਾਂ ਡਾਕੇ ਮਾਰ ਦਿੱਤੇ ਨੇ। ਹੁਣ ਸਰਕਾਰਾਂ ਤੁਹਾਡੇ ਲਈ ਕੁਛ ਨਹੀਂ ਕਰ ਰਹੀਆਂ। ਇਸ ਨੌਜਵਾਨਾਂ ਨੂੰ ਇਹੀ ਸੁਨੇਹਾ ਵੀ ਜਦੋਂ ਸਰਕਾਰਾਂ ਨਹੀਂ ਕਰਦੀਆਂ ਤਾਂ ਡਾਂਗਾ ਚੱਕ ਕੇ ਤੁਸੀਂ ਵੀ ਆ ਜਾਓ ਮੈਦਾਨ ਦੇ ਵਿੱਚ, ਪਿੰਡ ਦੇ ਵਿੱਚ ਆ ਜਾਓ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਸਾਨੂੰ ਆਪਣੇ ਹੱਕਾਂ ਲਈ ਲੜਾਈ ਲੜਨੀ ਪੈਣੀ ਆ, ਨਹੀਂ ਤਾਂ ਫਿਰ ਸਾਡੀਆਂ ਜ਼ੁਬਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਔਰ ਸਰਕਾਰ ਇਹਦੇ ਪਿੱਛੇ, ਸਰਕਾਰ ਬਿਲਕੁਲ ਨਹੀਂ ਚੂਕਦੀ ਆਪਦੇ ਕਿਸੇ ਵੀ ਕਦਮ ਨੂੰ ਲੈ ਕੇ ਨਾ, ਉਹ ਬਿਲਕੁਲ ਆਪਦੇ ਇੱਕ ਤੋਂ ਬਾਅਦ ਇੱਕ ਫੈਸਲੇ ਲੈ ਕੇ ਆ ਰਹੀ ਹੈ। ਉਹ ਤਾਂ ਕਰੋਨਾ ਨੂੰ ਬਿਲਕੁਲ ਮੌਕਾ ਬਣਾ ਕੇ ਇਸ ਵੇਲੇ ਵਰਤਿਆ ਜਾ ਰਿਹਾ, ਲੋਕਾਂ ਨੂੰ ਘਰਾਂ 'ਚ ਬੰਦ ਕੀਤਾ ਹੋਇਆ। ਹੁਣ ਜੇ ਕਰੋਨਾ ਐਡਾ ਵੱਡਾ ਹੁੰਦਾ ਤਾਂ ਪੰਜਾਬ ਦੇ ਵਿੱਚ ਤਾਂ ਲਾਸ਼ਾਂ ਦੇ ਢੇਰ ਬੈਠ ਜਾਣੇ ਸੀ, ਕੁਛ ਨਹੀਂ ਹੋਇਆ। ਨੌਜਵਾਨ ਵੀ ਬਾਹਰ ਨਿਕਲਿਆ, ਸਵਾਗਤਯੋਗ ਗੱਲ ਹੈ ਵੀ ਨੌਜਵਾਨ ਤਬਕਾ ਅੱਜ ਦਾ ਖਾਸ ਤੌਰ ਤੇ ਪੰਜਾਬ ਹਰਿਆਣੇ ਦੇ ਵਿੱਚ ਉਹ ਬਾਹਰ ਨਿਕਲ ਰਹੇ ਨੇ, ਸੰਘਰਸ਼ਾਂ ਦਾ ਹਿੱਸਾ ਬਣ ਰਹੇ ਨੇ। ਪਰ ਇਹ ਸੰਘਰਸ਼ਾਂ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣ, ਆਉਣ ਵਾਲੇ ਸਮਿਆਂ 'ਚ ਵੀ ਆਪਦੇ ਹੱਕਾਂ ਨੂੰ ਲੈ ਕੇ ਸੁਚੇਤ ਰਹਿਣ, ਤੇ ਸਰਕਾਰ ਦੀਆਂ ਜਿੰਨੀਆਂ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਸਾਰੀਆਂ ਨੂੰ ਲੈ ਕੇ ਉਹ ਆਵਾਜ਼ ਚੱਕਦੇ ਰਹਿਣ। ਜਿਵੇਂ ਚੇ ਗੁਵੇਰਾ ਦਾ ਨਾਮ ਸੁਣਿਆ ਹੋਊਗਾ ਤੁਸੀਂ, ਉਹਨਾਂ ਦੀ ਬਰਸੀ ਹੈ। ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਹਰ ਬੇਇਨਸਾਫੀ ਤੇ ਗੁੱਸੇ ਨਾਲ ਕੰਬ ਉੱਠਦੇ ਹੋ ਤਾਂ ਤੁਸੀਂ ਮੇਰੇ ਸਾਥੀ ਹੋ। ਮਤਲਬ ਉਹ ਇਸੇ ਤਰ੍ਹਾਂ ਜਿਹੜੀ ਉਹਨਾਂ ਨੇ ਵੀ, ਉਹ ਵੀ ਡਾਕਟਰ ਸੀ, ਡਾਕਟਰੀ ਦੀ ਪੜ੍ਹਾਈ ਛੱਡ ਕੇ ਬਹੁਤ ਚੰਗੀ ਜ਼ਿੰਦਗੀ ਸੀ ਉਹਨਾਂ ਦੀ, ਪਰ ਉਹਨਾਂ ਨੇ ਲੋਕਾਂ ਦੇ ਲੇਖੇ ਲਾਤੀ, ਉਹਨਾਂ ਨੇ ਇਨਕਲਾਬ ਕਰਨ ਦੇ ਲਈ ਲਾਤੀ, ਤੇ ਉਹਨਾਂ ਦਾ ਤਾਂ ਬਹੁਤ ਵੱਡਾ ਨਾਮ ਹੈ। ਇਸ ਦਾ ਕੁਝ ਵੀ ਨਹੀਂ ਕਰ ਰਹੇ ਉਹਨਾਂ ਦੇ ਸਾਹਮਣੇ ਜੋ ਉਹਨਾਂ ਨੇ ਕੀਤਾ ਆਪਣੀ ਜ਼ਿੰਦਗੀ 'ਚ। ਤਾਂ ਇਹਨਾਂ ਇਸੇ ਤਰ੍ਹਾਂ ਭਗਤ ਸਿੰਘ, ਚੇ ਗੁਵੇਰਾ ਵਰਗੇ ਜਿਹੜੇ ਨੌਜਵਾਨ ਨੇ, ਜਿਨ੍ਹਾਂ ਨੇ ਸਾਨੂੰ ਰਸਤੇ ਦਿਖਾਏ ਨੇ ਵੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਤੁਰੇ, ਆਪਾਂ ਉਹਨਾਂ ਨੂੰ ਪੜ੍ਹੀਏ, ਉਹਨਾਂ ਦੇ ਨਾਲ ਦਿਖਾਏ ਹੋਏ ਰਸਤੇ 'ਤੇ ਚੱਲੀਏ। ਅਮਨ, ਥੈਂਕ ਯੂ ਸੋ ਮਚ ਇਸ ਸਾਰੀ ਗੱਲਬਾਤ ਦੇ ਲਈ। ਸੋ ਉਮੀਦ ਕਰਦੇ ਹਾਂ ਕਿ ਨੌਜਵਾਨ ਤਬਕਾ ਜਿਹੜਾ ਤੁਹਾਨੂੰ ਤੁਹਾਡੇ ਤੋਂ ਸੇਧ ਲਏਗਾ ਤੇ ਬਦਲਾਵ ਜਿਸ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜ਼ਰੂਰ ਆਏਗਾ। ਸੋ ਤੁਸੀਂ ਦੇਖ ਰਹੇ ਸੀ ਸ਼ੇਡਸ ਆਫ ਵਿਮਨ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।